ਨੰਦ ਲਾਲ ਜੀ ਜੋ ਕਿ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਦਰਬਾਰ ਦੇ 52 ਕਵੀਆਂ ਦੇ ਵਿੱਚੋਂ ਸ਼ਿਰੋਮਣੀ ਕਵੀ ਹੋਏ ਹਨ। ਉਹਨਾਂ ਨੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਉਸਤਤ ਦੇ ਵਿੱਚ ਕੁਝ ਬਚਨ ਆਪਣੇ ਅਕੀਦੇ ਦੇ ਰੂਪ ਦੇ ਵਿੱਚ ਅਰਪਿਤ ਕੀਤੇ ਹਨ। ਇਹ ਬਚਨ ਸ਼ੁਰੂ ਹੁੰਦੇ ਹਨ, ਨਾਸਿਰੋ ਮਨਸੂਰ ਗੁਰੂ ਗੋਬਿੰਦ ਸਿੰਘ, ਏਜ਼ ਦੀ ਮਨਜ਼ੂਰ ਗੁਰੂ ਗੋਬਿੰਦ ਸਿੰਘ, ਹੱਕ ਰਾ ਗੰਜ਼ੂਰ ਗੁਰੂ ਗੋਬਿੰਦ ਸਿੰਘ, ਜੁਮਲਾ ਫੈਜ਼ੇ ਨੂਰ ਗੁਰੂ ਗੋਬਿੰਦ ਸਿੰਘ। ਇਹਨਾਂ ਹੀ ਬਚਨਾਂ ਵਿੱਚ ਭਾਈ ਸਾਹਿਬ ਜੀ ਇੱਕ ਗੱਲ ਆਖਦੇ ਹਨ, ਹੱਕ ਹੱਕ ਅੰਦੇਸ਼ ਗੁਰੂ ਗੋਬਿੰਦ ਸਿੰਘ। ਅਗਲੇ ਬੋਲ ਤੁਹਾਨੂੰ ਸਾਰਿਆਂ ਨੂੰ ਯਾਦ ਹਨ, ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ। ਸੰਸਾਰ ਦਾ ਇਤਿਹਾਸ ਪੜ੍ਹਿਆਂ ਸਾਨੂੰ ਇੱਕ ਗੱਲ ਪਤਾ ਲੱਗਦੀ ਹੈ ਕਿ ਵਕਤ ਦੇ ਜਿਹੜੇ ਹੁਕਮਰਾਨ ਹੋਏ ਹਨ, ਭਾਵੇਂ ਸੰਸਾਰ ਦੇ ਵਿੱਚ ਉਹ ਕਿਤਨੀ ਵੀ ਵੱਡੀ ਪਦਵੀ ਤੇ ਕਿਉਂ ਨਾ ਪਹੁੰਚ ਗਏ ਹੋਣ, ਕਿਤਨੇ ਵੱਡੇ ਬਾਦਸ਼ਾਹ ਕਿਉਂ ਨਾ ਬਣ ਗਏ ਹੋਣ, ਉਹਨਾਂ ਦੇ ਜੀਵਨ ਦੇ ਵਿੱਚ ਤੁਹਾਨੂੰ ਦਰਵੇਸ਼ੀ ਕਿਧਰੇ ਵੀ ਨਹੀਂ ਮਿਲੇਗੀ। ਦੂਸਰੇ ਪਾਸੇ ਅਸੀਂ ਅਗਰ ਧਿਆਨ ਨਾਲ ਵੇਖੀਏ, ਵੱਡੇ ਵੱਡੇ ਜਿਹੜੇ ਦਰਵੇਸ਼ ਹਨ, ਭਗਤ ਹਨ, ਫਕੀਰ ਹਨ, ਪੀਰ ਪੈਗੰਬਰ ਸਾਲਕ ਸਾਧਕ ਸ਼ੌਦੇ ਔਰ ਸ਼ਹੀਦ, ਜਿਨ੍ਹਾਂ ਬਾਰੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਇਹ ਵਾਕ ਆਖਦੇ ਹਨ, ਇਹਨਾਂ ਦੇ ਜੀਵਨ ਦੇ ਵਿੱਚੋਂ ਤੁਹਾਨੂੰ ਬਾਦਸ਼ਾਹਤ ਇਹ ਚੀਜ਼ ਨਜ਼ਾਰਤ ਮਿਲੇਗੀ। ਇੱਕ ਉਹ ਸਨ ਜਿਨ੍ਹਾਂ ਨੇ ਸਭ ਕੁਝ ਸਾਂਭਣ ਦਾ ਯਤਨ ਕੀਤਾ, ਤੇ ਦੂਸਰੇ ਉਹ ਸਨ ਜਿਨ੍ਹਾਂ ਨੇ ਸਭ ਕੁਝ ਤਿਆਗਣ ਦਾ ਯਤਨ ਕੀਤਾ। ਮੈਂ ਅਖਰੀ ਅਰਥ ਦੋਨਾਂ ਦੇ ਕਰ ਦੇਵਾਂ, ਬਾਦਸ਼ਾਹ ਤੇ ਦਰਵੇਸ਼। ਇਹ ਦੋਵੇਂ ਪਰਸ਼ੀਅਨ ਦੇ ਸ਼ਬਦ ਹਨ, ਫਾਰਸੀ ਬੋਲੀ ਦੇ। ਬਾਦਸ਼ਾਹ ਦਾ ਅਰਥ ਕੀ ਹੈ? ਬਾਦ ਕਹਿੰਦੇ ਹਨ ਫਾਰਸੀ ਬੋਲੀ ਦੇ ਵਿੱਚ ਤਖਤ ਨੂੰ, ਔਰ ਸ਼ਾਹ ਕਹਿੰਦੇ ਹਨ ਸਵਾਮੀ ਨੂੰ, ਮਾਲਕ ਨੂੰ। ਬਾਦਸ਼ਾਹ ਦਾ ਅਖਰੀ ਅਰਥ ਹੈ ਉਹ ਜੋ ਤਖਤ ਦਾ ਮਾਲਕ ਹੋਵੇ। ਤਖਤ ਦੇ ਮਾਲਕ ਦਾ ਫਾਰਸੀ ਦੇ ਵਿੱਚ ਜੋ ਅਰਥ ਹੈ ਜਾਂ ਜੋ ਸ਼ਬਦ ਵਰਤਿਆ ਜਾਂਦਾ ਹੈ, ਉਹ ਕਹਿੰਦੇ ਹਨ ਬਾਦਸ਼ਾਹ। ਬਾਦ ਤਖਤ ਤੇ ਸ਼ਾਹ ਦਾ ਅਰਥ ਹੈ ਮਾਲਕ, ਸਵਾਮੀ। ਦੂਸਰੇ ਪਾਸੇ ਜੋ ਦਰਵੇਸ਼ ਹੈ, ਇਹ ਵੀ ਦੋ ਸ਼ਬਦਾਂ ਤੋਂ ਬਣਿਆ ਹੈ, ਇਹ ਵੀ ਫਾਰਸੀ ਦੇ ਬੋਲਾਂ ਤੋਂ ਬਣਿਆ ਹੈ। ਦਰ ਆਵੇਸ਼, ਦਰ ਕਹਿੰਦੇ ਹਨ ਦਰਵਾਜ਼ੇ ਨੂੰ, ਆਵੇਸ਼ ਕਹਿੰਦੇ ਹਨ ਲਟਕਣ ਵਾਲਾ, ਜਿਹੜਾ ਬੂਹੇ ਦੇ ਨਾਲ ਲਟਕ ਚੁੱਕਿਆ ਹੋਵੇ, ਭਾਵ ਜਿਹੜਾ ਕਿਸੇ ਦੇ ਦਰ ਦੇ ਉੱਤੇ ਖਲੋਤਾ ਰਵੇ, ਦਰ ਦਾ ਮੰਗਤਾ ਬਣਿਆ ਰਵੇ, ਉਹਨੂੰ ਕਹਿੰਦੇ ਹਨ ਦਰਵੇਸ਼। ਹੁਣ ਤੁਸੀਂ ਧਿਆਨ ਨਾਲ ਵੇਖਣਾ, ਅਗਰ ਇੱਕ ਦਰਵੇਸ਼ ਕਿਸੇ ਬਾਦਸ਼ਾਹ ਦੇ ਕੋਲ ਮੰਗਣ ਵਾਸਤੇ ਆਇਆ ਹੈ ਤੇ ਅਸੀਂ ਆਖਾਂਗੇ ਦਰਵੇਸ਼ ਬਾਦਸ਼ਾਹ ਦੇ ਕੋਲ ਆਇਆ ਹੈ। ਦਰਵੇਸ਼ ਦੀ ਝੋਲੀ ਬਾਦਸ਼ਾਹ ਨੇ ਭਰ ਦਿੱਤੀ ਹੈ, ਦਰਵੇਸ਼ ਦੀ ਝੋਲੀ ਦੇ ਵਿੱਚ ਬਾਦਸ਼ਾਹ ਨੇ ਕੁਝ ਪਾ ਦਿੱਤਾ। ਪਰ ਭਾਈ ਨੰਦ ਲਾਲ ਜੀ ਆਖਦੇ, ਕਹਿੰਦੇ ਸੰਸਾਰ ਦੇ ਲੋਕੋ, ਦੁਨੀਆ ਦੇ ਵਿੱਚ ਪਹਿਲੀ ਵਾਰ ਐਸੀ ਕਰਾਮਾਤ ਅਕਾਲ ਪੁਰਖ ਨੇ ਇਸ ਸ੍ਰਿਸ਼ਟੀ ਨੂੰ ਦਿਖਾਈ ਕਿ ਇੱਕ ਬਾਦਸ਼ਾਹ ਔਰ ਇੱਕ ਦਰਵੇਸ਼ ਦੋਵੇਂ ਇੱਕੋ ਸਰੀਰ ਦੇ ਵਿੱਚ ਤੁਹਾਨੂੰ ਇਹ ਬਿਰਤੀਆਂ ਮਿਲਣਗੀਆਂ। ਇੱਕੋ ਜੀਵਨ ਦੇ ਵਿੱਚ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਰੂਪ ਵਿੱਚ ਤੁਸੀਂ ਬਾਦਸ਼ਾਹ ਦੇ ਵੀ ਦੀਦਾਰ ਕਰ ਸਕਦੇ ਹੋ ਤੇ ਤੁਸੀਂ ਦਰਵੇਸ਼ ਦੇ ਵੀ ਦੀਦਾਰ ਕਰ ਸਕਦੇ ਹੋ। ਬਾਦਸ਼ਾਹ ਕੈਸਾ ਹੈ ਧੰਨ ਗੁਰੂ ਗੋਬਿੰਦ ਸਿੰਘ? ਇੱਕ ਬੋਲ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ ਕਲਮ ਤੋਂ ਅਕਾਲ ਪੁਰਖ ਦੇ ਵਾਸਤੇ ਉਚਾਰਨ ਕੀਤਾ ਹੈ, ਤੁਮ ਹੋ ਸਭ ਰਾਜਨ ਕੇ ਰਾਜਾ। ਪੜੋ, ਤੁਮ ਹੋ ਸਭ ਰਾਜਨ ਕੇ ਰਾਜਾ, ਆਪੇ ਆਪ ਗਰੀਬ ਨਿਵਾਜ਼ਾ। ਦੂਸਰੇ ਪਾਸੇ ਜਿਹੜੇ ਬਾਦਸ਼ਾਹ ਹਨ, ਰਾਜੇ ਹਨ ਸੰਸਾਰ ਦੇ, ਉਹਨਾਂ ਬਾਰੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਇੱਕ ਨਿਰਣਾ ਹੈ। ਭਗਤ ਬਾਣੀ ਦੇ ਵਿੱਚ ਭਗਤ ਜੀ ਆਖਦੇ, ਕਹਿੰਦੇ ਕਉ ਹਰ ਸਮਾਨ ਨਹੀਂ ਰਾਜਾ, ਇਹ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰਤ ਦਿਵਾਜ਼ਾ। ਸੰਸਾਰ ਦੇ ਬਾਦਸ਼ਾਹਾਂ ਦੇ ਬਾਰੇ ਗੁਰੂ ਗ੍ਰੰਥ ਸਾਹਿਬ ਜੀ ਨੇ ਨਿਰਣਾ ਦਿੱਤਾ, ਕਹਿੰਦੇ ਸੰਸਾਰ ਦੇ ਤਖਤਾਂ ਦੇ ਉੱਤੇ ਬੈਠਣ ਵਾਲੇ ਜਿਹੜੇ ਬਾਦਸ਼ਾਹ ਹਨ, ਉਹਨਾਂ ਦੇ ਵਿੱਚ ਵਖਰੇਵਾਂ ਹੈ, ਕਿਸੇ ਦਾ ਦੇਸ਼ ਵੱਡਾ, ਕਿਸੇ ਦਾ ਛੋਟਾ। ਪਰ ਸੰਸਾਰ ਦੇ ਲੋਕੋ ਇੱਕ ਹਕੀਕਤ ਮੰਨਣੀ ਪਵੇਗੀ, ਅਕਾਲ ਪੁਰਖ ਵਰਗਾ, ਵਾਹਿਗੁਰੂ ਵਰਗਾ ਕੋਈ ਬਾਦਸ਼ਾਹ ਨਹੀਂ। ਕਉ ਹਰ ਸਮਾਨ ਨਹੀਂ ਰਾਜਾ,
ਸੰਸਾਰ ਦੇ ਬਾਦਸ਼ਾਹ ਬਾਰੇ ਆਖਿਆ, ਕਹਿੰਦੇ ਇਹ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰਤ ਦਿਵਾਜ਼ਾ। ਕੇਵਲ 4 ਦਿਨਾਂ ਦੀ ਝੂਠੀ ਸ਼ਾਨੋ ਸ਼ੌਕਤ, ਝੂਠੇ ਵਿਖਾਵੇ ਕਰਕੇ ਅਖੀਰ ਇਹ ਬਾਦਸ਼ਾਹ ਸੰਸਾਰ ਤੋਂ ਚਲੇ ਜਾਂਦੇ ਹਨ। ਅੰਤ ਕੋ ਨਾਂਗੇ ਹੀ ਪਾਏ ਪਧਾਰੇ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਰਚਨਾ ਚੋਂ ਹੀ ਵੱਧ ਤੋਂ ਵੱਧ ਬੋਲ ਤੁਹਾਡੇ ਨਾਲ ਸਾਂਝੇ ਕਰਨ ਦਾ ਯਤਨ ਕਰਾਂਗਾ। ਫਿਰ ਭਾਈ ਨੰਦ ਲਾਲ ਜੀ ਆਖਦੇ, ਕਹਿੰਦੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਵਰਗਾ ਬਾਦਸ਼ਾਹ ਔਰ ਉਹਨਾਂ ਵਰਗਾ ਦਰਵੇਸ਼ ਸੰਸਾਰ ਵਿੱਚ ਕੋਈ ਨਹੀਂ, ਕਿਉਂਕਿ ਇਹ ਬਾਦਸ਼ਾਹ ਤਖਤ ਦੇ ਉੱਤੇ ਬੈਠਣ ਤੋਂ ਪਹਿਲਾਂ ਹੀ ਇਹਦੇ ਘਰ ਦੇ ਵਿੱਚ ਕਸ਼ਮੀਰੀ ਪੰਡਤ ਆਪਣੇ ਧਰਮ ਦੀ ਖੈਰ, ਆਪਣੇ ਧਰਮ ਦੀ ਸਲਾਮਤੀ ਮੰਗਣ ਵਾਸਤੇ ਆਉਂਦੇ ਹਨ। ਇਹ ਬਾਦਸ਼ਾਹ ਉਹਨਾਂ ਦੀ ਝੋਲੀ ਦੇ ਵਿੱਚ ਆਪਣੇ ਪਿਤਾ ਦਾ ਸੀਸ ਪਾ ਦਿੰਦਾ ਹੈ। ਆਖੋ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ, ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ। ਇਹ ਬਾਦਸ਼ਾਹ ਕੈਸਾ ਹੈ? ਇਹ ਬਾਦਸ਼ਾਹ ਜਦੋਂ ਕੇਸਗੜ੍ਹ ਸਾਹਿਬ, ਅਨੰਦਪੁਰ ਸਾਹਿਬ ਆਪਣੀ ਉਮਤ ਨੂੰ ਆਵਾਜ਼ ਮਾਰਦਾ ਹੈ ਕਿ ਮੈਨੂੰ 5 ਸਿਰਾਂ ਦੀ ਲੋੜ ਹੈ, ਇਸ ਬਾਦਸ਼ਾਹ ਦੀ ਆਵਾਜ਼ ਸੁਣ ਕੇ ਇੱਕ ਇੱਕ ਕਰਕੇ 5 ਸਰੀਰ ਇਹਨੂੰ ਆਪਣਾ ਸਿਰ ਭੇਟ ਕਰਨ ਵਾਸਤੇ ਆ ਜਾਂਦੇ ਹਨ। ਇਹ ਬਾਦਸ਼ਾਹ ਕੇਵਲ ਉਹਨਾਂ ਨੂੰ ਸ਼ਮਸ਼ੀਰ ਦੇ ਨਾਲ ਵੰਗਾਰ ਪਾ ਕੇ ਸਿਰ ਹੀ ਨਹੀਂ ਲੈਂਦਾ, ਬਲਕਿ ਇੱਕ ਜਾਚਕ ਬਣ ਕੇ ਉਹਨਾਂ ਦੇ ਅੱਗੇ ਆ ਕੇ ਇੰਜ ਹੱਥ ਕਰਦਾ ਹੈ ਤੇ ਉਹਨਾਂ ਨੂੰ ਆਖਦਾ ਹੈ ਕਿ ਹੇ 5 ਪਿਆਰਿਓ, ਤੁਸੀਂ ਗੁਰੂ ਕੇ ਪਿਆਰੇ ਬਣ ਚੁੱਕੇ ਹੋ ਆਪਣਾ ਆਪਾ ਭੇਟ ਕਰਕੇ, ਕਿਰਪਾ ਕਰੋ ਜਿਹੜੀ ਅੰਮ੍ਰਿਤ ਦੀ ਦਾਤ ਤੁਸਾਂ ਪ੍ਰਾਪਤ ਕੀਤੀ, ਅੱਜ ਗੋਬਿੰਦ ਤੁਹਾਡੇ ਦਰ ਦਾ ਮੰਗਤਾ ਬਣ ਕੇ, ਤੁਹਾਡੇ ਅੱਗੇ ਜਾਚਕ ਬਣ ਕੇ, ਇੱਕ ਦਰਵੇਸ਼ ਬਣ ਕੇ ਤੇ ਤੁਹਾਡੇ ਕੋਲੋਂ ਖੰਡੇ ਦੀ ਪਹੁਲ ਅੰਮ੍ਰਿਤ ਦੀ ਦਾਤ ਮੰਗਦਾ ਹੈ। ਇਹ ਬਾਦਸ਼ਾਹ ਜਿੱਥੇ ਅੰਮ੍ਰਿਤ ਛਕਾਉਂਦਾ ਹੈ, ਮਰੀ ਹੋਈ ਲੁਕਾਈ ਦੇ ਵਿੱਚ, ਮਰੀ ਹੋਈ ਗੈਰਤ ਦੇ ਵਿੱਚ ਜਦੋਂ ਇਹ ਦੁਬਾਰਾ ਪ੍ਰਾਣ ਫੂਕਦਾ ਹੈ, ਦੁਬਾਰਾ ਜਾਨ ਪਾਉਂਦਾ ਹੈ, ਦੁਬਾਰਾ ਅਣਖ ਜਗਾਉਂਦਾ ਹੈ, ਤੇ ਅਣਖ ਜਗਾਉਣ ਤੋਂ ਬਾਅਦ ਇਹ ਬਾਦਸ਼ਾਹ ਆਪ ਜਿਨ੍ਹਾਂ ਨੂੰ ਇਹਨੇ ਅੰਮ੍ਰਿਤ ਦੀ ਦਾਤ ਦਿੱਤੀ ਸੀ, ਉਹਨਾਂ ਦੇ ਕੋਲੋਂ ਆਪ ਅੰਮ੍ਰਿਤ ਦਾ ਅਬਲਾਖੀ, ਅੰਮ੍ਰਿਤ ਦਾ ਜਾਚਕ ਬਣ ਕੇ ਉਹਨਾਂ ਦੇ ਕੋਲੋਂ ਅੰਮ੍ਰਿਤ ਦੀ ਦਾਤ ਆਪ ਪ੍ਰਾਪਤ ਕਰਦਾ ਹੈ। ਇਹ ਬਾਦਸ਼ਾਹ ਐਸਾ ਹੈ। ਇਹ ਬਾਦਸ਼ਾਹ ਕੈਸਾ ਹੈ? ਸ੍ਰੀ ਅਨੰਦਪੁਰ ਸਾਹਿਬ ਜੀ ਦੇ ਕਿਲੇ ਦੇ ਵਿੱਚ, ਅਨੰਦਪੁਰ ਸਾਹਿਬ ਦੇ ਤਖਤ ਦੇ ਉੱਤੇ ਇਹ ਬਾਦਸ਼ਾਹ ਬੈਠਦਾ ਹੈ। ਇਹਦੇ ਦਰਬਾਰ ਦੇ ਵਿੱਚ ਪ੍ਰਸਾਦੀ ਹਾਥੀ ਹੈ। ਇਹਦੇ ਦਰਬਾਰ ਦਾ ਜਾਹੋ ਜਲਾਲ ਵੇਖ ਕੇ ਤੇ ਭੀਮਚੰਦ ਵਰਗੇ ਰਾਜੇ ਵੀ ਅੱਖਾਂ ਨੀਵੀਆਂ ਕਰ ਲੈਂਦੇ ਹਨ। ਇਹ ਬਾਦਸ਼ਾਹ ਕੈਸਾ ਹੈ? ਭੰਗਾਣੀ ਦੇ ਯੁੱਧ ਦੇ ਵਿੱਚ ਹਰੀਚੰਦ ਹੰਡੂਰੀਏ ਨੂੰ ਇੱਕ ਤੀਰ ਦੇ ਨਾਲ ਪਾਰ ਬੁਲਾ ਦਿੰਦਾ ਹੈ। ਇਹ ਬਾਦਸ਼ਾਹ ਕੈਸਾ ਹੈ? ਮੈਦਾਨੇ ਜੰਗ ਦੇ ਵਿੱਚ ਜਦੋਂ ਇਹਦੀ ਸ਼ਮਸ਼ੀਰ ਚਲਦੀ ਹੈ, ਵੱਡੇ ਵੱਡੇ ਜਿਹੜੇ ਯੋਧੇ ਹਨ ਉਹਨਾਂ ਦੇ ਦਿਲ ਡੁੱਬਣੇ ਸ਼ੁਰੂ ਹੋ ਜਾਂਦੇ ਹਨ ਕਿ ਗੋਬਿੰਦ ਸਿੰਘ ਜੀ ਆਪ ਮੈਦਾਨੇ ਜੰਗ ਵਿੱਚ ਉਤਰ ਆਏ ਹਨ, ਹੁਣ ਸਾਡੀ ਖੈਰ ਨਹੀਂ। ਇਸ ਬਾਦਸ਼ਾਹ ਨੂੰ ਵੇਖ ਕੇ ਜਿਹੜੇ ਸ਼ਤਰੂ ਹਨ, ਵੈਰੀ ਹਨ, ਗੁਰੂ ਘਰ ਦੇ ਦੋਖੀ ਹਨ, ਉਹ ਮੈਦਾਨੇ ਜੰਗ ਦੇ ਵਿੱਚੋਂ ਉਲਟੇ ਪੈਰ ਭੱਜ ਜਾਂਦੇ ਹਨ। ਇਹ ਦਰਵੇਸ਼ ਕੈਸਾ ਹੈ? ਮਾਛੀਵਾੜੇ ਦੇ ਜੰਗਲਾਂ ਦੇ ਵਿੱਚ ਆਪਣਾ ਸਭ ਕੁਝ ਕੁਰਬਾਨ ਕਰਕੇ ਅਕਾਲ ਪੁਰਖ ਨੂੰ ਆਖਦਾ ਹੈ ਤੇਰਾ ਸ਼ੁਕਰ ਹੈ। ਇਹੋ ਦਰਵੇਸ਼ ਵੀ ਹੈ। ਭਾਈ ਨੰਦ ਲਾਲ ਜੀ ਇਸੇ ਕਰਕੇ ਕਹਿੰਦੇ ਸੰਸਾਰ ਦੇ ਲੋਕੋ, ਨਾ ਐਸਾ ਬਾਦਸ਼ਾਹ ਤੇ ਨਾ ਐਸਾ ਦਰਵੇਸ਼ ਤੁਹਾਨੂੰ ਸੰਸਾਰ ਦੇ ਵਿੱਚ ਕਿਧਰੇ ਮਿਲੇਗਾ, ਜਿਨੇ ਦੁਨੀਆ ਦੇ ਦੁੱਖਾਂ ਨੂੰ ਦੂਰ ਕਰਨ ਵਾਸਤੇ ਬਾਦਸ਼ਾਹ ਕੀ ਕਰਦਾ ਹੈ? ਧਨ ਦਿੰਦਾ ਹੈ, ਆਪਣੇ ਖਜ਼ਾਨੇ ਦੇ ਵਿੱਚੋਂ ਦਿੰਦਾ ਹੈ। ਇਸ ਬਾਦਸ਼ਾਹ ਨੇ ਤੇ ਆਪਣਾ ਸਾਰਾ ਖਜ਼ਾਨਾ ਹੀ ਦੇ ਦਿੱਤਾ। ਤਾਂ ਹੀ ਤੇ ਕਹਿੰਦੇ ਆ ਧੰਨ ਧੰਨ ਸਰਬੰਸ ਦਾਨੀ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ, ਸਰਬੰਸ ਦਾਨ ਕਰ ਦਿੱਤਾ ਹੈ। ਇਹ ਬਾਦਸ਼ਾਹ ਐਸਾ ਹੈ। ਇਹਨੇ ਆਪਣਾ ਸਰਬੰਸ ਵਾਰ ਦਿੱਤਾ ਤੇ ਸਰਬੰਸ ਵਾਰ ਕੇ ਵੀ ਪਤਾ ਕੀ ਆਖਦਾ ਹੈ? ਪੰਥ ਵਸੇ ਮੈਂ ਉਜੜਾ, ਮਨ ਚਾਉ ਕਨੇਰਾ, ਤੇਰਾ ਤੁਝ ਕੋ ਸੌਂਪਤੇ ਕਿਆ ਲਾਗੇ ਮੇਰਾ। ਇਹ ਦਰਵੇਸ਼ ਕੈਸਾ ਹੈ? ਮਾਛੀਵਾੜੇ ਦੇ ਜੰਗਲਾਂ ਦੇ ਵਿੱਚ ਬਿਲਕੁਲ ਕੱਲਾ ਹੈ, ਇਕਾਂਤ ਦੇ ਵਿੱਚ ਹੈ, ਤੇ ਉੱਥੇ ਆਪਣੇ ਮੀਤ ਨੂੰ, ਆਪਣੇ ਮਿੱਤਰ ਨੂੰ ਆਵਾਜ਼ਾਂ ਮਾਰਦਾ ਹੈ, ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ, ਤੁਧ ਬਿਨ ਰੋਗ ਰਜ਼ਾਈਆਂ ਦਾ ਓਢਣ, ਨਾਗ ਨਿਵਾਸਾਂ ਦੇ ਰਹਿਣਾ। ਬਾਦਸ਼ਾਹ ਔਰ ਦਰਵੇਸ਼ ਦੋਵੇਂ ਗੁਣ ਇੱਕੋ ਸ਼ਖਸੀਅਤ ਦੇ ਵਿੱਚ। ਇਹ ਬਾਦਸ਼ਾਹ ਆਪਣੇ ਤੀਰਾਂ ਦੇ ਅੱਗੇ ਸੋਨਾ ਲਾਉਂਦਾ ਹੈ। ਸਮਝਣਾ ਧਿਆਨ ਦੇ ਨਾਲ।
ਇਹ ਬਾਦਸ਼ਾਹ ਆਪਣੇ ਤੀਰਾਂ ਦੇ ਅੱਗੇ ਸੋਨੇ ਲਾਉਂਦਾ ਹੈ ਕਿ ਜਿਸ ਨੂੰ ਤੀਰ ਵੱਜੇ ਜੇ ਘਾਇਲ ਹੋ ਜਾਵੇ, ਜ਼ਖਮੀ ਹੋ ਜਾਵੇ, ਉਪਚਾਰ ਕਰਾ ਲਵੇ, ਤੇ ਜੇ ਕਿਤੇ ਉਹਦੀ ਮੌਤ ਹੋ ਜਾਵੇ ਉਹਦੇ ਪਰਿਵਾਰ ਨੂੰ ਇਹ ਸੋਨਾ ਮਿਲ ਜਾਵੇ। ਇਹ ਬਾਦਸ਼ਾਹ ਐਸਾ ਹੈ। ਭਾਈ ਨੰਦ ਲਾਲ ਜੀ ਨੇ ਹੋਰ ਵੀ ਬਹੁਤ ਵਿਚਾਰਾਂ ਆਖੀਆਂ। ਇਸ ਤੋਂ ਪਹਿਲਾਂ ਮੈਂ ਇੱਕ ਘਟਨਾ ਜਿਹੜੀ ਹਰ ਵਾਰ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਤੇ ਪਿਛਲੇ ਤਕਰੀਬਨ 2-3 ਸਾਲ ਤੋਂ ਸਾਂਝੀ ਕਰ ਰਿਹਾ ਹਾਂ, ਅੱਜ ਵੀ ਕਰਾਂਗਾ, ਕਿਉਂਕਿ ਸਤਿਗੁਰੂ ਜੀ ਦੀ ਵਡਿਆਈ ਪ੍ਰਗਟ ਹੁੰਦੀ ਹੈ। ਪਟਨਾ ਸਾਹਿਬ ਤੋਂ ਜਦੋਂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਹੁਕਮਨਾਮੇ ਨੂੰ ਪ੍ਰਾਪਤ ਕਰਨ ਤੋਂ ਬਾਅਦ ਅਨੰਦਪੁਰ ਸਾਹਿਬ ਜੀ ਦੇ ਵੱਲ ਆ ਰਹੇ ਹਨ। ਇਤਿਹਾਸ ਕਹਿੰਦਾ ਹੈ ਉਸ ਸਮੇਂ ਉਮਰ ਤਕਰੀਬਨ 6.25 ਸਾਲ ਦੀ ਹੈ। ਨਾਮ ਹੈ ਗੋਬਿੰਦ ਰਾਏ। ਤੇ ਗੋਬਿੰਦ ਰਾਏ ਆਪਣੇ ਨਾਨਕੇ ਪਿੰਡ ਲਖਨੌਰ ਪਹੁੰਚਦੇ ਹਨ। ਚੁਮਾਸਾ ਲੱਗ ਜਾਂਦਾ ਹੈ ਇੱਥੇ, ਭਾਵ ਬਰਸਾਤਾਂ ਲੱਗ ਜਾਂਦੀਆਂ ਹਨ। ਤੇ ਮਾਤਾ ਗੁਜਰੀ ਜੀ ਆਪਣੇ ਸਾਹਿਬਜ਼ਾਦੇ ਗੋਬਿੰਦ ਰਾਏ ਜੀ ਦੇ ਨਾਲ ਆਪਣੇ ਭਰਾਤਾ ਦੇ, ਆਪਣੇ ਭਰਾ ਦੇ ਘਰ ਠਹਿਰਦੇ ਹਨ। ਹੁਣ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਸ਼ਖਸੀਅਤ ਐਸੀ ਸੀ ਜਿਹਨੂੰ ਕਹਿੰਦੇ ਹਨ ਨਾ ਬਈ ਐਸੀ ਸ਼ਖਸੀਅਤ ਜਿਹੜੀ ਹਰੇਕ ਨੂੰ ਆਪਣੇ ਵੱਲ ਖਿੱਚੇ। ਬਹੁਤ ਘੱਟ ਲੋਕਾਂ ਦੀ ਸ਼ਖਸੀਅਤ ਸੰਸਾਰ ਵਿੱਚ ਐਸੀ ਹੁੰਦੀ ਹੈ। ਸਤਿਗੁਰੂ ਜੀ ਦੇ ਛੋਟੇ ਛੋਟੇ ਬੱਚੇ ਦੋਸਤ ਬਣ ਜਾਂਦੇ ਸਨ, ਪਾਤਸ਼ਾਹ ਨਾਲ ਖੇਡਦੇ ਸਨ, ਕਹਿੰਦੇ ਸਨ ਤੁਸੀਂ ਸਾਡੇ ਆਗੂ ਹੋ, ਤੁਸੀਂ ਸਾਨੂੰ ਦੱਸੋ ਕਿਵੇਂ ਖੇਡੀਏ। ਅਸੀਂ ਗੁਰੂ ਸਾਹਿਬ ਟੋਲੇ ਬਣਾ ਦਿੰਦੇ ਸਨ, ਨਕਲੀ ਜੰਗਾਂ ਕਰਾਉਂਦੇ ਸਨ। ਬਚਪਨ ਤੋਂ ਸਤਿਗੁਰੂ ਪਟਨਾ ਸਾਹਿਬ ਦੀ ਧਰਤੀ ਤੋਂ ਹੀ ਸਤਿਗੁਰੂ ਜੀ ਨੇ ਇਹ ਖੇਡਾਂ ਸ਼ੁਰੂ ਕਰ ਦਿੱਤੀਆਂ ਸਨ। ਤੇ ਲਖਨੌਰ ਦੀ ਗੱਲ, ਇੱਥੇ ਸਤਿਗੁਰੂ ਜੀ ਖੇਡਦੇ ਪਏ ਹਨ। ਇੱਥੇ ਇੱਕ ਪੀਰ ਜਿਹਦਾ ਨਾਮ ਆਰਫਦੀਨ ਹੈ। ਆਰਫਦੀਨ ਜੋ ਕਿ ਭੀਖਣ ਸ਼ਾਹ ਜੀ ਦਾ ਜਾਣਕਾਰ ਹੈ। ਭੀਖਣ ਸ਼ਾਹ ਉਹ ਜਿਹੜੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਪ੍ਰਕਾਸ਼, ਉਹਨਾਂ ਦਾ ਆਗਮਨ ਸੁਣ ਕੇ ਤੇ ਕੁੜਾਮ ਤੋਂ, ਠਸਕੇ ਤੋਂ, ਹਰਿਆਣਾ ਵਿੱਚ ਇਹ ਜਗ੍ਹਾ ਜੇ, ਇੱਥੋਂ ਤੁਰ ਕੇ ਤੇ ਪਟਨਾ ਦੀ ਧਰਤੀ ਤੇ ਗਏ ਸਨ ਤੇ 2 ਕੂਜ਼ੀਆਂ ਰੱਖੀਆਂ ਸਨ। ਤੇ ਸੋਚਿਆ ਸੀ ਬਈ ਕਿ ਜਿਹੜੀਆਂ 2 ਕੂਜ਼ੀਆਂ ਹਨ, ਜੇ ਸਤਿਗੁਰੂ ਜੀ ਪਾਣੀ ਨੂੰ ਹੱਥ, ਪਾਣੀ ਵਾਲੀ ਕੂਜ਼ੀ ਤੇ ਹੱਥ ਪਾਉਣਗੇ, ਮੈਂ ਸੋਚਾਂਗਾ ਕਿ ਮੁਸਲਮਾਨਾਂ ਦੇ ਪੀਰ ਹਨ। ਜੇ ਦੁੱਧ ਵਾਲੀ ਕੂਜ਼ੀ ਨੂੰ ਹੱਥ ਪਾ ਲਿਆ, ਮੈਂ ਸੋਚਾਂਗਾ ਹਿੰਦੂਆਂ ਦੇ ਗੁਰੂ ਹਨ। ਸਤਿਗੁਰੂ ਜੀ ਨੇ ਨਾ ਕੇਵਲ ਦੋਨਾਂ ਕੂਜ਼ੀਆਂ ਨੂੰ ਹੱਥ ਪਾਇਆ, ਬਲਕਿ ਆਪਣੇ ਛੋਟੇ ਛੋਟੇ ਚਰਨਾਂ ਦੇ ਨਾਲ ਕੂਜ਼ੀਆਂ ਨੂੰ ਚੋਟ ਦਿੱਤੀ। ਦੁੱਧ ਵੀ ਬਾਹਰ ਤੇ ਪਾਣੀ ਵੀ ਬਾਹਰ। ਸੰਕੇਤ ਸੀ ਕਿ ਅਸੀਂ ਕਿਸੇ ਇੱਕ ਫਿਰਕੇ, ਇੱਕ ਮਜ਼ਹਬ ਦੇ ਗੁਰੂ ਨਹੀਂ, ਅਸੀਂ ਮਾਨਵਤਾ ਦੇ ਗੁਰੂ ਹਾਂ, ਅਸੀਂ ਮਨੁੱਖਤਾ ਦੇ ਗੁਰੂ ਹਾਂ। ਤੇ ਮਨੁੱਖਤਾ ਦਾ ਧਰਮ ਕਦੀ ਕੂਜ਼ੀਆਂ ਦੇ ਵਿੱਚ ਬੰਦ ਨਹੀਂ ਕੀਤਾ ਜਾ ਸਕਦਾ। ਉਹ ਧਰਮ ਜਿਹਨੂੰ ਕੂਜ਼ੀਆਂ ਦੇ ਵਿੱਚ ਲੋਕ ਬੰਦ ਕਰਨ ਦੀ ਕੋਸ਼ਿਸ਼ ਕਰ ਰਹੇ ਹਨ, ਅਸੀਂ ਸੰਸਾਰ ਦੇ ਵਿੱਚ ਉਸ ਧਰਮ ਨੂੰ ਆਜ਼ਾਦ ਕਰਾਉਣ ਵਾਸਤੇ ਆਏ ਹਾਂ। ਇਹ ਕਿਸੇ ਸੰਪਰਦਾ ਦੀ ਗੱਲ ਨਹੀਂ, ਕਿਸੇ ਫਿਰਕੇ ਜਾਂ ਮਜ਼ਹਬ ਦੀ ਗੱਲ ਕਰਨ ਨਹੀਂ ਆਏ। ਅਸੀਂ ਦੁਨੀਆ ਦੀ, ਅਸੀਂ ਆਖਣ ਆਏ ਹਾਂ ਮਾਨਸ ਕੀ ਜਾਤ ਸਬੈ ਏਕੈ ਪਹਿਚਾਨ ਬੋ। ਕਹੋ ਸਾਰੇ ਮਾਨਸ ਕੀ ਜਾਤ ਸਬੈ ਏਕੈ ਪਹਿਚਾਨ ਬੋ। ਆਰਫਦੀਨ ਨੇ ਭੀਖਣ ਸ਼ਾਹ ਤੋਂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਉਸਤਤ ਸੁਣੀ ਹੋਈ ਸੀ। 6.25 ਸਾਲ ਦੇ ਗੋਬਿੰਦ ਰਾਏ ਮੈਦਾਨ ਵਿੱਚ ਖੇਡਦੇ ਪਏ ਹਨ। ਆਰਫਦੀਨ ਨੂੰ ਪਤਾ ਲੱਗਿਆ ਇਹਦੇ ਚੇਲਿਆਂ ਨੇ ਪਾਲਕੀ ਚੁੱਕੀ ਹੋਈ ਹੈ, ਮੁਰੀਦਾਂ ਨੇ ਆਪ ਪਾਲਕੀ ਦੇ ਵਿੱਚ ਬੈਠਾ ਹੈ। ਤੇ ਮੁਰੀਦਾਂ ਨੂੰ ਆਖਦਾ ਹੈ, ਪੁੱਛਦੇ ਪੁੱਛਦੇ ਉੱਥੇ ਚਲੋ ਜਿੱਥੇ ਗੋਬਿੰਦ ਰਾਏ ਜੀ ਹਨ। ਪੁੱਛਦੇ 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 ਉਸ ਟਿਕਾਣੇ ਤੇ ਲਖਨੌਰ ਆ ਗਿਆ ਜਿੱਥੇ ਗੋਬਿੰਦ ਰਾਏ ਜੀ ਸਾਹਮਣੇ ਮੈਦਾਨ ਵਿੱਚ ਖੇਡਦੇ ਪਏ। ਥੋੜੀ ਜਿਹੀ ਤਵੱਜੋ ਦੇਣਾ ਕਿ ਸਤਿਗੁਰੂ ਜੀ ਦੀ ਸ਼ਖਸੀਅਤ ਕੈਸੀ ਹੈ। ਜਿੱਥੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ 6.25 ਸਾਲ ਦੀ ਆਰਬਲਾ ਵਿੱਚ ਖੇਡਦੇ ਪਏ ਹਨ, ਪੀਰ ਦੀ ਪਾਲਕੀ ਉਸੇ ਹੀ ਮੈਦਾਨ ਵਿੱਚ ਆ ਗਈ। ਪਾਲਕੀ ਦੇ ਵਿੱਚੋਂ ਪੀਰ ਨੇ ਪਰਦਾ ਹਟਾ ਕੇ ਵੇਖਿਆ ਕਿ ਉਹ ਬਾਲਕ ਸਾਹਮਣੇ ਗੋਬਿੰਦ ਰਾਏ ਲੱਗਦਾ ਹੈ। ਪਾਲਕੀ ਬਿਲਕੁਲ ਨਜ਼ਦੀਕ ਚਲੀ ਗਈ ਤੇ 6.25 ਸਾਲ ਦੇ ਬਾਲ ਗੋਬਿੰਦ ਰਾਏ ਜੀ ਪੀਰ ਦੇ ਬਿਲਕੁਲ ਸਾਹਮਣੇ ਆ ਗਏ। ਇੱਕ ਪਾਸੇ ਵਡੇਰੀ ਉਮਰ ਦਾ ਪੀਰ ਪਾਲਕੀ ਦੇ ਵਿੱਚ ਬੈਠਾ ਹੈ। ਇੱਕ ਸੀਨ ਬਣਾਓ ਆਪਣੀ ਅੱਖਾਂ ਸਾਹਮਣੇ, ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ। ਇੱਕ ਪਾਸੇ ਪਾਲਕੀ ਦੇ ਵਿੱਚ ਵਡੇਰੀ ਉਮਰ ਦਾ ਪੀਰ ਬੈਠਾ ਹੈ ਜਿਹਦੇ ਮੁਰੀਦਾਂ ਨੇ ਆਪਣੇ ਮੋਢਿਆਂ ਤੇ ਪਾਲਕੀ ਚੁੱਕੀ ਹੈ। ਸਤਕਾਰ ਹੈ, ਇਸਲਾਮ ਧਰਮ ਨੂੰ ਮੰਨਣ ਵਾਲਾ ਹੈ, ਬੜੀ ਇੱਜ਼ਤ ਹੈ ਇਸਲਾਮ ਧਰਮ ਦੇ ਵਿੱਚ ਇਹਦੀ। ਇੱਕ ਪਾਸੇ ਥੱਲੇ ਸਾਹਮਣੇ ਬਿਲਕੁਲ 6.25 ਸਾਲ ਦੇ ਗੋਬਿੰਦ ਰਾਏ ਖਲੋਤੇ ਹਨ।
ਅੱਖਾਂ ਵਿੱਚ ਅੱਖਾਂ ਪਈਆਂ। ਤੇ ਇਸ ਤੋਂ ਪਹਿਲੇ ਕਿ ਪੀਰ ਕੁਝ ਪੁੱਛਦਾ, ਕੁਝ ਬੋਲਦਾ, ਗੋਬਿੰਦ ਰਾਏ ਜੀ ਨੇ ਪੀਰ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਇੱਕ ਸਵਾਲ ਪਾ ਦਿੱਤਾ, ਪੀਰ ਜੀ ਅਜੇ ਮਿਲਿਆ ਕਿ ਨਹੀਂ ਮਿਲਿਆ? ਆ ਬੋਲਾਂ ਦੀ ਗਹਿਰਾਈ ਸਮਝਣਾ। ਪੀਰ ਜੀ ਅਜੇ ਮਿਲਿਆ ਕਿ ਨਹੀਂ ਮਿਲਿਆ? ਅਰਥ ਸਨ, ਜਿਸ ਖੁਦਾ ਨੂੰ ਤੂੰ ਢੂੰਡ ਰਿਹਾ ਹੈ, ਜਿਸ ਖੁਦਾ ਦੀ ਇਬਾਦਤ ਕਰ ਰਿਹਾ ਹੈ, ਭਗਤੀ ਕਰਕੇ, ਇਬਾਦਤ ਕਰਕੇ, ਕਿ ਤੈਨੂੰ ਉਹ ਅੱਲਾ ਮਿਲ ਗਿਆ ਹੈ ਕਿ ਅਜੇ ਤੱਕ ਤੈਨੂੰ ਨਹੀਂ ਮਿਲਿਆ? ਪੀਰ ਨੇ ਇਹ ਪ੍ਰਸ਼ਨ ਸੁਣਨਾ, ਅੱਖਾਂ ਭਰ ਆਈਆਂ, ਗਲਾ ਭਰ ਗਿਆ, ਪਾਲਕੀ ਚੋਂ ਛਾਲ ਮਾਰ ਕੇ ਉਤਰਿਆ, ਦੋਵੇਂ ਹੱਥ ਜੋੜ ਕੇ ਬਜ਼ੁਰਗ ਪੀਰ 6.25 ਸਾਲ ਦੇ ਬੱਚੇ ਦੇ ਗੋਬਿੰਦ ਰਾਏ ਜੀ ਦੇ ਚਰਨਾਂ ਤੇ ਡਿੱਗ ਕੇ ਪਤਾ ਹੈ ਕੀ ਕਹਿਣ ਲੱਗਾ? ਅੱਜ ਤੱਕ ਨਹੀਂ ਮਿਲਿਆ ਸੀ, ਅੱਜ ਮਿਲ ਗਿਆ। ਇਹ ਹੈ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਸ਼ਖਸੀਅਤ। ਅੱਜ ਤੱਕ ਨਹੀਂ ਮਿਲਿਆ ਸੀ, ਢੂੰਡ ਰਿਹਾ ਸਾਂ ਜਿਸ ਨੂੰ, ਅੱਜ ਮਿਲ ਗਿਆ ਹੈ, ਕਿਰਪਾ ਕਰੋ, ਮੇਰਾ ਸਿਜਦਾ ਸਵੀਕਾਰ ਕਰੋ, ਮੇਰਾ ਸਿਜਦਾ ਕਬੂਲ ਕਰੋ। ਇੱਥੇ ਇਤਿਹਾਸਕਾਰ ਲਿਖਦੇ ਹਨ, ਜਿਹੜੇ ਮੁਰੀਦ ਸਨ ਉਹ ਮੁਰੀਦ ਬੜੇ ਖਫਾ ਹੋ ਗਏ, ਕਹਿਣ ਲੱਗੇ ਇਤਨਾ ਵੱਡਾ ਪੀਰ ਤੇ ਇੱਕ ਛੋਟੇ ਜਿਹੇ ਬੱਚੇ ਦੇ ਅੱਗੇ ਇਹਨੇ ਸਿਜਦਾ ਕਰ ਦਿੱਤਾ। ਸਾਡੇ ਧਰਮ 'ਚ ਤੇ ਸਿਜਦਾ ਕਰਨਾ ਹੀ ਮਨਾ ਹੈ, ਸਿਜਦਾ ਕੇਵਲ ਅੱਲਾਹ ਨੂੰ, ਖੁਦਾ ਨੂੰ ਕੀਤਾ ਜਾ ਸਕਦਾ ਹੈ। ਤੇ ਇਹਨੇ ਇੱਕ ਬੱਚੇ ਦੇ ਸਾਹਮਣੇ, ਤੇ ਨਾਰਾਜ਼ ਹੋ ਕੇ ਜਾਣ ਲੱਗੇ। ਪੀਰ ਕਹਿਣ ਲੱਗਾ, ਜਾਓ ਜਿਸ ਪਾਸੇ ਮਰਜ਼ੀ, ਮੈਨੂੰ ਮੇਰਾ ਖੁਦਾ ਮਿਲ ਗਿਆ ਹੈ। ਅੱਜ ਤੱਕ ਨਹੀਂ ਸੀ ਮਿਲਿਆ, ਅੱਜ ਮੈਨੂੰ ਮਿਲ ਗਿਆ। ਅੱਜ ਤੋਂ ਬਾਅਦ ਇਹ ਮੇਰਾ ਮੁਰਸ਼ਦ ਹੈ ਤੇ ਮੈਂ ਇਹਦਾ ਮੁਰੀਦ ਹਾਂ। ਇਹ ਸ਼ਖਸੀਅਤ ਹੈ ਧੰਨ ਗੁਰੂ ਗੋਬਿੰਦ ਸਿੰਘ ਜੀ ਦੀ। ਭਾਈ ਨੰਦ ਲਾਲ ਜੀ ਨੇ, ਮੈਂ ਇਤਿਹਾਸ ਦੀ ਕੋਈ ਗਾਥਾ ਨਹੀਂ ਲੈ ਰਿਹਾ ਕਿਉਂਕਿ ਸਮਾਂ ਸੀਮਿਤ ਹੈ ਆਪਣੇ ਕੋਲ, ਪਰ ਇਤਿਹਾਸ ਲੜੀਵਾਰ ਜਦੋਂ ਆਪ ਅਕਸਰ ਸੁਣਦੇ ਵੀ ਰਹਿੰਦੇ ਹੋ। ਭਾਈ ਨੰਦ ਲਾਲ ਜੀ ਨੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਨਾ ਉਸਤਤ ਦੇ ਵਿੱਚ ਬੜੇ ਸਾਰੇ ਪ੍ਰਕਰਣ ਸਾਨੂੰ ਇਤਿਹਾਸ 'ਚ ਮਿਲਣਗੇ। ਇੱਕ ਪ੍ਰਕਰਣ ਮਿਲਦਾ ਹੈ, ਸਤਿਗੁਰੂ ਦਾ ਦਰਬਾਰ ਸਜਿਆ ਹੋਇਆ ਹੈ, ਇਸੇ ਤਰ੍ਹਾਂ ਸਤਿਗੁਰੂ ਜੀ ਤਖਤ ਤੇ ਬਿਰਾਜਮਾਨ ਹਨ, ਸੰਗਤ ਬੈਠੀ ਹੋਈ ਹੈ, ਤੇ ਭਾਈ ਨੰਦ ਲਾਲ ਜੀ ਵੀ ਬੜੇ ਨਜ਼ਦੀਕ ਬੈਠਦੇ ਸਨ ਗੁਰੂ ਸਾਹਿਬ ਦੇ, ਕਿਉਂਕਿ ਪਿਆਰ ਬੜਾ ਸੀ ਗੁਰੂ ਸਾਹਿਬ ਜੀ ਦੇ ਨਾਲ। 52 ਕਵੀਆਂ ਦੇ ਵਿੱਚੋਂ ਸ਼੍ਰੋਮਣ ਕਵੀ ਸਨ ਭਾਈ ਨੰਦ ਲਾਲ ਜੀ। ਤੇ ਲਾਂਗਰੀ ਸਿੰਘ ਆਇਆ, ਕਹਿਣ ਲੱਗਾ ਪਾਤਸ਼ਾਹ ਪ੍ਰਸ਼ਾਦਾ ਤਿਆਰ ਹੈ। ਸਤਿਗੁਰੂ ਜੀ ਦੀ ਮੌਜ, ਪਾਤਸ਼ਾਹ ਕਹਿਣ ਲੱਗੇ ਪ੍ਰਸ਼ਾਦਾ ਇੱਥੇ ਹੀ ਲੈ ਆਓ। ਉਹ ਦਰਬਾਰ ਦੇ ਵਿੱਚ ਹੀ ਪ੍ਰਸ਼ਾਦਾ ਲੈ ਕੇ ਆਇਆ। ਸਤਿਗੁਰੂ ਦੇ ਸਾਹਮਣੇ ਥਾਲ ਆਇਆ, ਪਾਤਸ਼ਾਹ ਜੀ ਨੇ ਬੁਰਕੀ ਤੋੜੀ, ਜਿਉਂ ਪਹਿਲੀ ਬੁਰਕੀ ਮੂੰਹ ਵਿੱਚ ਪਾਣ ਲੱਗੇ, ਕੀ ਵੇਖਦੇ ਹਨ ਬਾਹਰ ਦੂਰ ਇੱਕ ਕੁੱਤਾ ਬੜੀ ਰੀਝ ਦੇ ਨਾਲ ਗੁਰੂ ਸਾਹਿਬ ਨੂੰ ਇੰਜ ਵੇਖਦਾ ਪਿਆ ਹੈ। ਪਤਾ ਨਹੀਂ ਕਿਹੜੀ ਰੂਹ ਸੀ। ਸਤਿਗੁਰੂ ਜੀ ਦੇ ਮਨ ਵਿੱਚ ਪਤਾ ਨਹੀਂ ਕੀ ਆਇਆ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਉਹ ਬੁਰਕੀ ਜਿਹੜੀ ਆਪ ਖਾਣ ਲੱਗੇ ਸਨ, ਉਸ ਕੁੱਤੇ ਦੇ ਵੱਲ ਸੁੱਟ ਦਿੱਤੀ। ਕੁੱਤੇ ਨੇ ਬੁਰਕੀ ਖਾਧੀ, ਚਲਾ ਗਿਆ। ਕੋਲ ਬੈਠੇ ਹਨ ਭਾਈ ਸਾਹਿਬ, ਭਾਈ ਨੰਦ ਲਾਲ ਜੀ, ਥੋੜੀ ਜਿਹੀ ਤਵੱਜੋ ਦੇਣਾ। ਭਾਈ ਸਾਹਿਬ ਕਹਿਣ ਲੱਗੇ, ਪਾਤਸ਼ਾਹ ਉਸ ਕੁੱਤੇ ਨੂੰ ਬੁਰਕੀ ਦੇ ਦਿੱਤੀ, ਇੱਕ ਕੁੱਤਾ ਇੱਥੇ ਵੀ ਬੈਠਾ ਹੈ, ਕਿਰਪਾ ਕਰ ਇਹਨੂੰ ਵੀ ਬੁਰਕੀ ਦੇ ਦੇ। ਗੱਲ ਪਕੜਨ ਦੀ ਕੋਸ਼ਿਸ਼ ਕਰਵਾ। ਪਾਤਸ਼ਾਹ ਉਸ ਕੁੱਤੇ ਨੂੰ ਬੁਰਕੀ ਦਿੱਤੀ, ਇੱਕ ਕੁੱਤਾ ਇੱਥੇ ਵੀ ਬੈਠਾ ਹੈ, ਇਸ ਕੁੱਤੇ ਦੀ ਝੋਲੀ ਵਿੱਚ ਵੀ ਬੁਰਕੀ ਸੁੱਟ ਦੇ। ਸਤਿਗੁਰੂ ਜੀ ਨੇ ਬੁਰਕੀ ਤੇ ਨਹੀਂ ਦਿੱਤੀ, ਬਲਕਿ ਇੱਕ ਬਚਨ ਆਖ ਦਿੱਤਾ। ਕਹਿਣ ਲੱਗੇ, ਨੰਦ ਲਾਲ, ਉਸ ਕੁੱਤੇ ਨੇ ਮੂੰਹ ਤੇ ਕੁਝ ਨਹੀਂ ਸੀ ਮੰਗਿਆ ਨਾ, ਉਹ ਤੇ ਚੁੱਪਚਾਪ ਖਲੋਤਾ ਸੀ, ਚੁੱਪਚਾਪ ਸਾਡੀ ਤਰਫ ਵੇਖ ਰਿਹਾ ਸੀ। ਉਹਨੇ ਮੰਗੀ ਨਹੀਂ ਬੁਰਕੀ, ਉਹਨੇ ਮੰਗੀ ਨਹੀਂ ਰੋਟੀ, ਬਸ ਚੁੱਪਚਾਪ ਸਾਡੀ ਤਰਫ ਵੇਖ ਰਿਹਾ ਸੀ। ਬੁਰਕੀ ਤੇ ਨਹੀਂ ਮਿਲੀ। ਇਹ ਬਚਨ ਸਤਿਗੁਰੂ ਜੀ ਦੀ ਸਿੱਖ ਮਿਲ ਗਈ। ਜ਼ਾਰੋ ਜ਼ਾਰ ਰੋਣ ਲੱਗ ਪਏ ਭਾਈ ਨੰਦ ਲਾਲ ਜੀ, ਤੇ ਭਰੇ ਹੋਏ ਗਲੇ ਨਾਲ ਪਤਾ ਕੀ ਕਹਿੰਦੇ, ਪਾਤਸ਼ਾਹ ਇਹਦਾ ਮਤਲਬ ਮੈਨੂੰ ਹਾਲੇ ਤੱਕ ਤੇਰੇ ਦਰ ਦਾ ਕੁੱਤਾ ਬਣਨ ਦੀ ਜਾਚ ਵੀ ਨਹੀਂ ਆਈ। ਇਹ ਬੋਲ ਸੀ ਭਾਈ ਨੰਦ ਲਾਲ ਜੀ ਦਾ, ਬੜਾ ਗਹਿਰਾ ਸੰਕੇਤ ਜੇ ਸੰਗੀਓ। ਅਸੀਂ ਬੋਲ ਪੜ੍ਹਦੇ ਹਾਂ ਨਾ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਇਸ ਕੌਤਕ ਦੇ ਵਿੱਚੋਂ ਨੇ ਇੱਕ ਬੜੀ ਕਮਾਲ ਦੀ ਸਿੱਖਿਆ ਸਾਨੂੰ ਦਿੱਤੀ। ਕਹਿੰਦੇ ਕੋਈ ਮਨ ਦੇ ਅੰਦਰ ਭਾਵਨਾ ਹੋਵੇ ਨਾ, ਗੁਰੂ ਦੇ ਕੋਲ ਅਰਦਾਸ ਕਰਿਆ ਕਰ, ਜੀ ਕੀ ਬਿਰਥਾ ਹੋਏ ਸੋ ਗੁਰ ਪੈ
ਅਰਦਾਸ ਕਰ, ਜਾਚਨਾ ਕਰ। ਜਾਚਕ ਬਣਦਾ ਗੁਰੂ ਦੇ ਦਰ ਦਾ ਆ ਕੇ, ਪਰ ਯਾਦ ਰੱਖੀ ਜਦ ਤੱਕ ਵਸਤੂ ਨਹੀਂ ਮਿਲੀ ਨਾ, ਉਦੋਂ ਤੱਕ ਭੌਂਕੀ ਨਾ ਬਿਲਕੁਲ ਵੀ, ਉਦੋਂ ਤੱਕ ਮੂੰਹ ਚੋਂ ਬੋਲ ਨਾ ਕੱਢੀ। ਚੁੱਪਚਾਪ ਗੁਰੂ ਦੇ ਵੱਲ ਆਸ ਦੀਆਂ ਨਜ਼ਰਾਂ ਦੇ ਨਾਲ, ਉਮੀਦ ਦੀਆਂ ਨਜ਼ਰਾਂ ਦੇ ਨਾਲ ਦਰਵੇਸ਼ ਬਣ ਕੇ, ਜਾਚਕ ਬਣ ਕੇ, ਮੰਗਤਾ ਬਣ ਕੇ ਵੇਖਦਾ ਰਵੀਂ। ਗੁਰੂ ਕਿਰਪਾ ਕਰੇਗਾ, ਤੇਰੀ ਇਸ ਧੀਰਜ ਦੇ ਉੱਤੇ ਗੁਰੂ ਅਵਸ਼ ਬਖਸ਼ਿਸ਼ ਕਰਕੇ ਤੇਰੀ ਝੋਲੀ ਦੇ ਵਿੱਚ ਦਾਤ ਜ਼ਰੂਰ ਪਾ ਦੇਵੇਗਾ। ਦੂਸਰੀ ਗੱਲ ਮੈਂ ਬੇਨਤੀ ਕਰਦਿਆਂ, ਸਾਡੀ ਸੋਚ ਬੜੀ ਛੋਟੀ ਹੈ। ਜਿਵੇਂ ਦੋ ਬੱਚੇ ਸਨ ਨਾ, 2 ਮਿੰਟ ਦਾ ਪ੍ਰਕਰਣ ਕੇਵਲ, 2 ਬੱਚੇ ਸਨ ਛੋਟੇ, ਤੇ ਇੱਕ ਬਜ਼ੁਰਗ ਉਹਨਾਂ ਕੋਲ ਆਇਆ। ਬਜ਼ੁਰਗ ਦੇ ਕੋਲ ਨਾ ਟਾਫੀਆਂ ਸਨ ਬਹੁਤ ਸਾਰੀਆਂ। ਮੈਂ ਟਾਫੀਆਂ ਕਹਾਂ, ਚਲੋ ਮਠਿਆਈਆਂ ਸਨ ਉਸ ਵੇਲੇ, ਅੱਜ ਦੇ ਬੱਚੇ ਟਾਫੀਆਂ ਸਮਝਦੇ ਹਨ। ਤੇ ਬਜ਼ੁਰਗ ਨੇ ਇੰਝ ਹੱਥਾਂ ਦੇ ਵਿੱਚ ਟਾਫੀਆਂ ਤੇ ਦੋਨਾਂ ਬੱਚਿਆਂ ਦੇ ਅੱਗੇ ਆਫਰ ਕੀਤੀਆਂ। ਪਹਿਲਾ ਸੀ ਜਿਹੜਾ, ਉਹਨੇ ਫੌਰਨ ਹੱਥ ਦੇ ਨਾਲ ਨਾ 5-7 ਟਰਾਫੀਆਂ ਜਿਤਨੀਆਂ ਆਈਆਂ ਉਹ ਚੁੱਕ ਲਈਆਂ। ਦੂਸਰਾ ਸਿਆਣਾ ਸੀ, ਦੂਸਰੇ ਨੇ ਵੇਖਿਆ ਕਿ ਇਹ ਛੋਟੇ ਹੱਥਾਂ ਨੇ, ਇਹਦੇ ਛੋਟੇ ਛੋਟੇ ਹੱਥਾਂ ਨਾਲ 5-7 ਟਰਾਫੀਆਂ ਕੇਵਲ ਲਈਆਂ। ਉਹਨੇ ਕਿਹਾ, ਬਾਬਾ ਮੈਂ ਨਹੀਂ ਲੈਂਦਾ, ਤੂੰ ਆਪ ਆਪਣੇ ਹੱਥਾਂ ਨਾਲ ਮੈਨੂੰ ਦੇ ਦੇ। ਹੁਣ ਬਜ਼ੁਰਗ ਦੇ ਹੱਥ ਵੱਡੇ ਸਨ। ਬੱਚਾ ਜਦੋਂ ਚੁੱਕੇਗਾ ਆਪਣੇ ਹੱਥ ਦੇ ਨਾਲ 3-4 ਚੁੱਕੇਗਾ, ਤੇ ਜਦੋਂ ਉਹਨੇ ਕਿਹਾ ਬਾਬਾ ਤੂੰ ਆਪਣੀ ਮਰਜ਼ੀ ਨਾਲ ਦੇ ਦੇ, ਉਸਨੇ ਜਦੋਂ ਦਿੱਤੀਆਂ 15-20 ਟਾਫੀਆਂ ਉਹਦੀ ਝੋਲੀ 'ਚ ਪੈ ਗਈਆਂ। ਦੋਨੋਂ ਹੱਥ ਭਰ ਗਏ, ਹੱਥ ਤੋਂ ਬਾਹਰ ਡਿੱਗਣ ਪਈਆਂ। ਬਿਲਕੁਲ ਇਹੀ ਗੱਲ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਸਮਝਾਈ ਕਿ ਆਪਣੀ ਮਤ, ਆਪਣੀ ਅਕਲ ਦੇ ਨਾਲ ਅਸੀਂ ਕਿਸੇ ਵੀ ਦਾਤ ਨੂੰ ਮਹਿਦੂਦ ਕਰ ਦਿੰਦੇ ਹਾਂ, ਬਈ ਇਤਨੀ ਹੀ ਦੇਵੀਂ। ਕਿਉਂਕਿ ਸਾਡੀ ਮਤ ਦੀ ਸੀਮਾ ਹੈ, ਸਾਡੀ ਮਤ ਦੀ ਯਾਦ ਰੱਖਣਾ ਇੱਕ ਬਾਉਂਡਰੀ ਹੈ। ਸਾਡੀ ਸੋਚ ਸੀਮਿਤ ਹੈ, ਕਿ ਸਾਡੀ ਸੋਚ ਕਿਸੇ ਦੀ ਲੱਖ ਦੀ ਹੈ, ਕਿਸੇ ਦੀ ਕਰੋੜ ਦੀ ਹੈ, ਕਿਸੇ ਦੀ ਅਰਬ ਦੀ ਹੈ। ਤੇ ਜਿੱਥੇ ਤੱਕ ਕਿਸੇ ਦੀ ਸੋਚ ਜਾਏਗੀ ਉਤਨੀ ਉਹ ਦਾਤ ਮੰਗ ਲਵੇਗਾ, ਪਰ ਜਦੋਂ ਉਹ ਗੁਰੂ ਦੇ ਉੱਤੇ ਛੱਡ ਦੇਵੇਗਾ ਨਾ, ਮਾਲਕਾ ਜੋ ਤੈਨੂੰ ਪਾਉਂਦਾ ਹੈ, ਜੋ ਤੁਧ ਭਾਵੈ ਸਾਈ ਭਲੀ ਕਾਰ, ਜੋ ਹਰ ਸੁਆਮੀ ਤੁਮ ਦੇਹੋ ਸੋਈ ਹਮ ਪਾਵੇਂਗੇ। ਪਰ ਕੁੱਤਾ ਵਫਾਦਾਰ ਹੋਵੇ ਇਸ ਦਰ ਦਾ, ਪਤਾ ਕੀ ਕਵੇ, ਮੋਹਿ ਦੂਜੀ ਨਾਹੀ ਠੌਰ ਜਿਸ ਪੈ ਹਮ ਜਾਵੇਂਗੇ। ਲੈਣਾ ਹੈ ਤੇਰੇ ਦਰ ਤੋਂ, ਪ੍ਰਾਪਤੀ ਹੋਵੇ ਤੇਰੇ ਦਰ ਤੋਂ, ਕਿਸੇ ਹੋਰ ਦੇ ਦਰ ਤੋਂ ਨਾ ਮਿਲੇ। ਮਾਲਕਾ ਵੱਧ ਮਿਲੇ ਘੱਟ ਮਿਲੇ, ਜੈਸਾ ਵੀ ਮਿਲੇ, ਕਿਰਪਾ ਕਰੀ ਆਪਣੇ ਦਰ ਤੋਂ ਮੈਨੂੰ ਦਾਤ ਦੇਵੀਂ, ਕਿਸੇ ਹੋਰ ਦੇ ਦਰ ਤੇ ਮੈਂ ਨਾ ਜਾਵਾਂ। ਭਾਈ ਨੰਦ ਲਾਲ ਜੀ ਨੇ ਇਹੀ ਗੱਲ ਕਹੀ ਸੀ। ਲੋਕਾਂ ਨੇ ਇੱਕ ਦਿਨ ਪੁੱਛ ਲਿਆ ਭਾਈ ਸਾਹਿਬ ਭਾਈ ਨੰਦ ਲਾਲ ਨੂੰ ਕਿ ਨੰਦ ਲਾਲ, ਲੋਕ ਸੰਸਾਰ ਤੋਂ ਜਾਣ ਤੋਂ ਪਹਿਲਾਂ ਨਾ ਆਪਣੀ ਆਖਰੀ ਇੱਛਾ ਲੋਕਾਂ ਨੂੰ ਦੱਸਦੇ ਨੇ, ਆਪਣੇ ਪਰਿਵਾਰ ਨੂੰ, ਕਿ ਬਈ ਜਦੋਂ ਮੈਂ ਮਰ ਜਾਵਾਂ ਨਾ, ਜਾਂ ਮਰਨ ਵਾਲਾ ਹੋਵਾਂ, ਤੇ ਮੇਰੀ ਇਹ ਅੰਤਮ ਖਾਹਿਸ਼ ਹੈ, ਆਖਰੀ ਇੱਛਾ ਹੈ, ਪੂਰੀ ਕਰ ਦੇਣਾ। ਕਈ ਲੋਕ ਮਰਨ ਤੋਂ ਪਹਿਲਾਂ ਆਖ ਦਿੰਦੇ ਹਨ, ਕਈ ਕਹਿੰਦੇ ਮੇਰੇ ਮਰਨ ਤੋਂ ਬਾਅਦ ਫਲਾਣੀ ਜਗ੍ਹਾ ਇਹ ਦਾਨ ਕਰ ਦੇਣਾ, ਜਾਂ ਫਲਾਣੇ ਨੂੰ ਇਹ ਮੇਰੀ ਆਖਰੀ ਇੱਛਾ ਹੈ। ਇੱਕ ਦਿਨ ਕੁਝ ਸਤਸੰਗੀਆਂ ਨੇ ਪੁੱਛਿਆ ਭਾਈ ਨੰਦ ਲਾਲ ਜੀ ਨੂੰ, ਨੰਦ ਲਾਲ ਜੀ ਤੁਸੀਂ ਇਤਨੇ ਨਜ਼ਦੀਕ ਹੋ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ, ਤੇ ਕੀ ਤੁਹਾਡੇ ਮਨ ਦੇ ਵਿੱਚ ਵੀ ਕੋਈ ਖਾਹਿਸ਼ ਹੈ ਜੋ ਆਖਰੀ ਇੱਛਾ ਤੁਹਾਡੀ ਪੂਰੀ ਕੀਤੀ ਜਾਵੇ, ਗੁਰੂ ਗੋਬਿੰਦ ਸਿੰਘ ਜੀ ਤੇ ਤੁਹਾਨੂੰ ਕੁਝ ਮੰਗਣ ਦਾ ਮੌਕਾ ਮਿਲੇ, ਤੇ ਕੀ ਤੁਸੀਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਕੋਲੋਂ ਕੁਝ ਮੰਗੋਗੇ? ਇਹ ਗੱਲ ਸੁਣ ਕੇ ਭਾਈ ਨੰਦ ਲਾਲ ਜੀ ਦਾ ਗਲਾ ਭਰ ਆਇਆ। ਬੜੇ ਭਾਵੁਕ ਸਨ ਭਾਈ ਨੰਦ ਲਾਲ ਜੀ। ਔਰ ਜਦੋਂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਨਾਮ ਆਉਂਦਾ ਸੀ, ਭਾਈ ਨੰਦ ਲਾਲ ਜੀ ਦੀਆਂ ਅੱਖਾਂ ਭਰ ਆਉਂਦੀਆਂ ਸਨ, ਗਲਾ ਭਰ ਆਉਂਦਾ ਸੀ। ਬੜੀ ਭਾਵਨਾ ਦੇ ਨਾਲ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜਿਹਦੇ ਨਾਲ ਉਹਨਾਂ ਨੇ ਸੰਬੰਧ ਜੋੜਿਆ ਸੀ, ਗੁਰਸਿੱਖਾਂ ਵਾਲਾ ਸੰਬੰਧ ਸੀ, ਗੁਰੂ ਤੇ ਸਿੱਖ ਵਾਲਾ ਸੰਬੰਧ ਸੀ, ਜੋ ਕਿ ਭਾਵਨਾ ਦੀ ਆਧਾਰਸ਼ਿਲਾ ਦੇ ਉੱਤੇ ਖਲੋਤਾ ਹੋਇਆ ਸੀ। ਭਾਈ ਸਾਹਿਬ ਕਹਿੰਦੇ ਨੰਦ ਲਾਲ ਜੀ ਕਿ ਸੰਸਾਰ ਵਿੱਚ ਸੱਚਮੁੱਚ ਲੋਕਾਂ ਦੀਆਂ ਆਖਰੀ ਖਾਹਿਸ਼ਾਂ ਹੁੰਦੀਆਂ ਹਨ। ਮੇਰੀ ਵੀ ਇੱਕ ਆਖਰੀ ਖਾਹਿਸ਼ ਹੈ, ਪਰ ਮੇਰੀ ਆਖਰੀ ਖਾਹਿਸ਼ ਕਿਸੇ ਬੰਦੇ ਦੇ ਅੱਗੇ ਨਹੀਂ, ਜਾਂ ਮੇਰੀ ਇਹ ਜਾਚਨਾ ਕਿਸੇ ਬੰਦੇ ਕੋਲੋਂ ਨਹੀਂ। ਮੇਰੀ ਪਹਿਲੀ ਤੇ ਮੇਰੀ ਆਖਰੀ ਖਾਹਿਸ਼ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਅੱਗੇ ਹੀ ਹੈ। ਲੋਕਾਂ ਨੇ ਪੁੱਛਿਆ ਦੱਸੋ ਜੀ ਕੀ ਆਖਰੀ ਖਾਹਿਸ਼ ਹੈ ਤੁਹਾਡੀ? ਭਾਈ ਸਾਹਿਬ ਕਹਿੰਦੇ ਜਿਸ ਵੇਲੇ ਮੇਰੀ ਮੌਤ ਹੋਵੇ ਨਾ, ਤੇ ਮੇਰੇ ਮਰਨ ਤੋਂ ਬਾਅਦ ਜਦੋਂ ਮੇਰੀ ਕਾਇਆ ਨੂੰ ਅਗਨ ਭੇਟ ਕੀਤਾ ਜਾਏ, ਤੇ ਜਦੋਂ ਅਗਨੀ ਦੇ ਵਿੱਚ ਜਲ ਕੇ ਉਹ ਸਵਾਹ ਬਣ ਜਾਵੇ ਮੇਰੀ ਕਾਇਆ, ਗੱਲ ਥੋੜੀ ਜਿਹੀ ਸਮਝਣਾ,
ਮੇਰੀ ਕਾਇਆ ਜਦੋਂ ਅਗਨੀ ਦੇ ਵਿੱਚ ਭਸਮ ਬਣ ਜਾਵੇ, ਸਵਾਹ ਬਣ ਜਾਵੇ, ਮੇਰੀ ਖਾਹਸ਼ ਉਸ ਦਿਨ ਦੀ ਹੈ, ਉਸ ਵੇਲੇ ਦੀ ਹੈ। ਲੋਕ ਬੜੇ ਹੈਰਾਨ ਵੀ ਇਹ ਕੈਸੀ ਖਾਹਸ਼ ਹੈ। ਪਤਾ ਕੀ ਕਿਹਾ ਭਾਈ ਸਾਹਿਬ ਜੀ ਨੇ ਕਿ ਕਲਗੀ ਵਾਲਿਆ ਤੇਰੇ ਹੁਕਮ ਦੇ ਵਿੱਚ ਸੂਰਜ ਹੈ, ਚੰਦਰਮਾ ਹੈ, ਭੈ ਵਿੱਚ ਪਵਨ ਵਹੈ ਸਦਵਾਓ, ਭੈ ਵਿੱਚ ਚੱਲੇ ਲੱਖ ਦਰਿਆਓ। ਤੇਰੇ ਹੁਕਮ ਦੇ ਵਿੱਚ ਹੀ ਪਵਨ ਵਗ ਰਹੀ ਹੈ, ਪਾਣੀ ਵਗ ਰਿਹਾ ਹੈ, ਸੂਰਜ ਤੇ ਚੰਦਰਮਾ ਚੱਲ ਰਹੇ ਹਨ। ਹੇ ਕਲਗੀ ਵਾਲਿਆ, ਹੇ ਸ਼ਾਹੇ ਸ਼ਹਿਨਸ਼ਾਹ ਪਿਤਾ ਗੁਰੂ ਗੋਬਿੰਦ ਸਿੰਘ, ਜਿਸ ਦਿਨ ਮੇਰਾ ਸਰੀਰ ਭਸਮ ਬਣ ਜਾਵੇ, ਚਿਖਾ ਦੇ ਵਿੱਚ ਸੜਨ ਤੋਂ ਬਾਅਦ ਰਾਖ ਬਣ ਜਾਵੇ, ਕਿਰਪਾ ਕਰੀ ਉਸ ਦਿਨ ਪਵਨ ਉਸ ਦਿਸ਼ਾ ਦੀ ਚਲਾਵੀਂ ਕਿ ਇਹ ਰਾਖ ਉੱਡ ਉੱਡ ਕੇ ਤੇਰੇ ਦਰ ਤੇ ਜਾਵੇ। ਦੁਨੀਆ ਕਿਧਰੇ ਇਹ ਨਾ ਕਹਿ ਦੇਵੇ ਕਿ ਨੰਦ ਲਾਲ ਮਰਨ ਤੋਂ ਬਾਅਦ ਕਿਸੇ ਹੋਰ ਦੇ ਦਰ ਤੇ ਚਲਾ ਗਿਆ। ਇਹ ਦਾਤ ਮੰਗੀ ਹੈ। ਅੱਜ ਇੱਕ ਭਰੋਸਾ ਲੈ ਕੇ ਜਾਣਾ ਇੱਥੋਂ, ਜਿਤਨੇ ਵੀ ਤੁਸੀਂ ਸ਼ਰੀਰ ਬੈਠੇ ਹੋ। ਅਸੀਂ ਨਾ ਜੀ ਸੰਸਾਰ ਵਿੱਚ ਥੋੜ੍ਹੀ ਜਿਹੀ ਤਕਲੀਫ, ਦੁੱਖ, ਮੁਸੀਬਤ ਆ ਜਾਵੇ, ਕੋਈ ਮੰਗ ਨਾ ਪੂਰੀ ਹੋਵੇ, ਆਸ ਨਾ ਪੂਰੀ ਹੋਵੇ, ਫੌਰਨ ਗੁਰੂ ਨੂੰ ਬਿਦਾਵਾ ਦਿੰਦੇ ਹਾਂ। ਲੋਕੀ ਆਉਂਦੇ ਹਨ ਬਈ ਸਾਡੇ ਨਾਲ ਚਲੋ, ਫਲਾਣੇ ਸਿਆਣੇ ਕੋਲ ਚੱਲ, ਉਹ ਕੁਝ ਨਹੀਂ ਕਰੇਗਾ, ਇੱਕ ਧਾਗਾ ਬੰਨ ਦੇਵੇਗਾ, ਕੁਝ ਨਹੀਂ ਕਰੇਗਾ, ਬਸ ਪਾਣੀਆਂ ਦੇਗਾ, ਲਾਚੀਆਂ ਦੇਗਾ, ਕੁਝ ਨਹੀਂ ਕਰੇਗਾ, ਉਹ ਵੀ ਤੇ ਪਾਠ ਹੀ ਤੇ ਦਿੰਦੇ ਹਨ। ਨਹੀਂ ਸਤਸੰਗੀਓ, ਗੁਰੂ ਕਾ ਸਿੱਖ ਕਿਸੇ ਹੋਰ ਪਾਸੇ ਨਹੀਂ ਜਾਂਦਾ। ਗੁਰੂ ਕਾ ਸਿੱਖ ਪਤਾ ਕੀ ਕਹਿੰਦਾ ਹੈ? ਪੜੋ ਨਾਲ ਨਾਲ ਸਾਰੇ। ਮੈਂ ਤਾਣ ਦੀਵਾਨ ਤੂੰ ਹੈ ਮੇਰੇ ਸਵਾਮੀ। ਪੜੋ, ਮੈਂ ਤਾਣ ਦੀਵਾਨ, ਆਵਾਜ਼ ਨਹੀਂ ਆਉਂਦੀ ਤੁਹਾਡੀ। ਮੈਂ ਤਾਣ ਦੀਵਾਨ ਤੂੰ ਹੈ ਮੇਰੇ ਸਵਾਮੀ, ਮੈਂ ਤੁਧ ਆਗੇ ਅਰਦਾਸ, ਮੈਂ ਹੋਰ ਥਾਉ ਨਹੀਂ, ਜਿਸ ਪਹਿ ਕਰੂੰ ਬੇਨੰਤੀ, ਮੇਰਾ ਦੁੱਖ ਸੁਖ ਤੁਝ ਹੀ ਪਾਸ। ਗੁਰੂ ਸਾਹਿਬ ਜੀ ਦਾ ਇੱਕ ਬੜਾ ਕਮਾਲ ਦਾ ਬਚਨ ਜੇ, ਹੁਕਮਨਾਮਾ ਮੁੱਖ ਵਾਕ ਅਕਸਰ ਆਉਂਦਾ ਹੈ ਗੁਰਦੁਆਰਿਆਂ ਦੇ ਵਿੱਚ, ਜਿਸ ਕਾ ਤਨ ਮਨ ਧਨ ਸਭ ਤਿਸ ਕਾ, ਸੋਈ ਸੁਘੜ ਸੁਜਾਨੀ, ਤਿਨ ਹੀ ਸੁਣਿਆ ਦੁੱਖ ਸੁਖ ਮੇਰਾ, ਤਉ ਬਿਦ ਨੀਕੀ ਖਟਾਨੀ। ਕਹਿੰਦੇ ਸੰਸਾਰ ਦੇ ਵਿੱਚ ਸਿੱਖਾ ਇੱਕ ਆਦਤ ਬਣਾ ਲੈ। ਉਹ ਆਦਤ ਕੀ ਹੋਵੇ ਤੇਰੀ? ਤੂੰ ਕੇਵਲ ਗੁਰੂ ਨੂੰ ਦੁੱਖ ਸੁਣਾਉਣ ਨਾ ਆਇਆ ਕਰ। ਅਕਸਰ ਹੁੰਦਾ ਹੈ ਗੁਰੂ ਦੀ ਯਾਦ ਕਦੋਂ ਆਉਂਦੀ ਹੈ? ਕਬੀਰ ਕਾਮ ਪਰੇ ਹਰ ਸਿਮਰਿਐ। ਜਦੋਂ ਕੰਮ ਪਵੇ ਨਾ, ਲੋੜ ਪਵੇ, ਤੇ ਸਭ ਤੋਂ ਪਹਿਲੇ ਗੁਰੂ ਦਾ ਦੁਆਰਾ ਨਜ਼ਰ ਆਉਂਦਾ ਹੈ, ਗੁਰੂ ਦੇ ਅੱਗੇ ਅਰਦਾਸ ਕਰਨੀ ਯਾਦ ਆ ਜਾਂਦੀ ਹੈ। ਤੇ ਜਦੋਂ ਕੰਮ ਪੂਰਾ ਹੋ ਜਾਵੇ, ਸਭ ਤੋਂ ਪਹਿਲੇ ਗੁਰੂ ਯਾਦ ਨਹੀਂ ਆਉਂਦਾ, ਸਭ ਤੋਂ ਪਹਿਲੇ ਸੰਸਾਰ ਯਾਦ ਆਉਂਦਾ ਹੈ। ਇਹ ਸਾਡੀ ਸਾਰਿਆਂ ਦੀ ਫਿਤਰਤ ਹੈ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ, ਗੁਰੂ ਅਰਜੁਨ ਦੇਵ ਸਾਹਿਬ ਮਹਾਰਾਜ ਬੜਾ ਕਮਾਲ ਦਾ ਇੱਕ ਜੀਵਨ ਦਾ ਨੁਕਤਾ ਸਾਨੂੰ ਸਿਖਾਉਂਦੇ। ਕਹਿੰਦੇ ਜਿਸ ਕਾ ਤਨ ਮਨ, ਜਿਸ ਰੱਬ ਦਾ ਦਿੱਤਾ ਹੋਇਆ ਇਹ ਸਰੀਰ ਹੈ, ਜਿਸ ਰੱਬ ਦਾ ਦਿੱਤਾ ਹੋਇਆ ਇਹ ਮਨ ਹੈ। ਮਨ ਦਾ ਅਰਥ ਸੋਚ ਲੈ ਲੈਣਾ। ਫੁਰਦਾ ਆਇਆ, ਉਦਮ ਕੀਤਾ, ਉਦਮ ਕਿਰਤ ਕੀਤੀ ਤੇ 4 ਪੈਸੇ ਆ ਗਏ। ਹੁਣ ਬੰਦਾ ਕਹਿੰਦਾ ਪੈਸਾ ਮੈਂ ਕਮਾਇਆ। ਪੈਸਾ ਤੂੰ ਨਹੀਂ ਕਮਾਇਆ। ਜੇ ਤੇਰੇ ਕੋਲ ਸਰੀਰ ਹੀ ਨਾ ਹੁੰਦਾ, ਉਦਮ ਹੀ ਨਾ ਹੁੰਦਾ, ਬਲ ਹੀ ਨਾ ਹੁੰਦਾ, ਪੈਸਾ ਕਿਧਰੋਂ ਕਮਾਉਂਦਾ? ਗੁਰੂ ਸਾਹਿਬ ਕਹਿੰਦੇ ਜਿਸ ਕਾ ਤਨ ਮਨ, ਇਹ ਤੋਂ ਬਾਅਦ ਵਿਸ਼ਰਾਮ ਦੇਣਾ ਹੈ। ਧਨ ਸਭ ਤਿਸ ਕਾ, ਜਿਸ ਨੇ ਇਹ ਤੈਨੂੰ ਸਰੀਰ ਦਿੱਤਾ, ਸੋਚ ਦਿੱਤੀ, ਉਦਮ ਦਿੱਤਾ, ਤਾਕਤ ਦਿੱਤੀ, ਬਲ ਦਿੱਤਾ, ਯਾਦ ਰੱਖੀ ਧਨ ਵੀ ਉਸੇ ਦਾ ਹੀ ਦਿੱਤਾ ਹੋਇਆ ਹੈ। ਧਨ ਤੇਰਾ ਕਮਾਇਆ ਹੋਇਆ ਨਹੀਂ। ਇਹ ਨਾ ਕਿਹਾ ਕਰ ਧਨ ਮੈਂ ਕਮਾਇਆ, ਮੈਂ ਧਨਵਾਨ ਹਾਂ। ਇਹ ਕਿਹਾ ਕਰ ਮੈਂ ਜਾਚਕ ਹਾਂ। ਸੋਈ ਸੁਘੜ ਸੁਜਾਨੀ, ਉਹ ਪਰਮਾਤਮਾ ਬੜਾ ਸਿਆਣਾ ਹੈ, ਅੰਤਰਜਾਮੀ ਹੈ। ਸਤਿਗੁਰੂ ਕਹਿੰਦੇ ਤਿਨ ਹੀ ਸੁਣਿਆ, ਦੁੱਖ ਨਾਲ ਸੁਖ ਵੀ ਜੋੜਿਆ ਹੈ। ਮੇਰੀ ਸਮੱਸਿਆ ਕੀ ਹੈ ਕਿ ਮੈਂ ਗੁਰੂ ਦੇ ਦਰ ਤੇ ਬਹੁਤੀ ਵਾਰ, ਜੇ ਮੈਂ 100 ਵਾਰ ਆਇਆ ਨਾ, ਤੇ 100 ਵਿੱਚੋਂ 90 ਵਾਰ ਤੇ ਆਪਣਾ ਰੋਣਾ ਲੈ ਕੇ ਆਇਆ, ਦੁਖੜਾ ਲੈ ਕੇ ਆਇਆ। ਮਾਲਕ ਇਹ ਮੁਸੀਬਤ ਪੈ ਗਈ, ਇਹਦੀ ਨਿਵਰਤੀ ਕਰ ਦੇ। ਸਤਿਗੁਰੂ ਕਹਿੰਦੇ ਜਦੋਂ ਮੁਸੀਬਤ ਦੀ ਨਿਵਰਤੀ ਗੁਰੂ ਕਰ ਦੇਵੇ ਨਾ, ਤੇ ਗੁਰੂ ਦੇ ਅੱਗੇ ਫਿਰ ਸ਼ੁਕਰਾਨਾ ਕਰਨ ਵਾਸਤੇ ਵੀ ਆਇਆ ਕਰ। ਬਹੁਤੇ ਲੋਕ ਮੰਗਣ ਵਾਸਤੇ ਤੇ ਆਉਂਦੇ ਹਨ, ਪਰ ਸ਼ੁਕਰਾਨਾ ਕਰਨ ਵਾਸਤੇ ਨਹੀਂ ਆਉਂਦੇ। ਇੱਕ ਬਿਰਤੀ ਬਣਾਉਣਾ। ਅੱਜ ਅਗਰ ਪੁਰਬ ਮਨਾ ਰਹੇ ਹਾਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ, ਇਹ ਵਿਸ਼ਵਾਸ, ਇਹ ਨਿਸ਼ਚਾ ਲੈ ਕੇ ਜਾਇਓ ਅੱਜ ਇਸ ਘਰ ਚੋਂ ਕਿ ਹੇ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ, ਮੇਰੇ ਅੰਦਰ ਦ੍ਰਿੜਤਾ ਆਵੇ। ਕੀ ਦ੍ਰਿੜਤਾ ਆਵੇ ਜੀ? ਆਓ ਸਾਰੇ ਮਿਲ ਕੇ ਗਾਈਏ। ਉਹ ਦ੍ਰਿੜਤਾ ਕੀ ਹੋਣੀ ਚਾਹੀਦੀ ਹੈ? ਸਗਲ ਦੁਆਰ ਕਉ ਛਾੜ ਕੇ
सगल द्वार को छाड़ के, सगल द्वार को, सारी संगत कृपा करो। सगल द्वार को छाड़ के, सगल द्वार को छाड़ के, सगल द्वार को, गह्यो तुहारो द्वार, गह्यो तुहारो द्वार, गह्यो तुहारो, बाह गहे की लाज अस, 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 गोबिंद दास तुहार, गोबिंद दास तुहार, गोबिंद, गोबिंद दास तुहार, गोबिंद दास तुहार, तन तन श्री गुरु गोबिंद सिंह जी, तन तन श्री गुरु गोबिंद सिंह जी, तुम हो सब राजन के राजा, तुम हो सब राजन के राजा, आपे आप गरीब निवाजा, आपे आप गरीब निवाजा, जान आपना मुझे निवाज, जान आपना मुझे निवाज। अरदास करियो सारे, आप करो हमरे सब काज, आप करो हमरे सब काज, तुम हो सब राजन के राजा, तुम हो सब राजन के राजा। एक अदीब ने बड़ा सोहना बचन आख्या, मैं कह के समाप्ति करा जी। उन्हें लिखिया, संसार दे विच हर बंदे दे ना कुछ मित्र ते कुछ शत्रु होंदे आ। तुसीं वेख लो साडे सारियां दे जीवन दे विच ना थोड़े जे मित्र ते बहुते शत्रु हैं। कई बार असी किसी नूं शत्रु मन लैंदे हां, कई बार कोई सानू मन लैंदा है। उहदी भावना है। ज्ञानी पूरन सिंह जी जो जथेदार भी हुए अकाल तख्त साहिब जी दे, उन्हां दी संगत च मैनू ये बोल प्राप्त होए सन। वो कथा कर रहे सन, बड़े वड्डे उच्च कोटि के विद्वान सन। उन्होंने अपनी विचार दे विच जफरनामे की कथा कर रहे सन। दास ने भी इत्थे कीती सी ते ये बचन उदों कोट किए सन। उन्होंने एक अदीब दा, एक कवि का एक बड़ा कमाल का बोल साझा किया। कहते संसार दे विच हर बंदे दे ना कुछ मित्र ते कुछ शत्रु होंदे हैं। कुछ ऐसे लोग होंदे हैं जिन्हां दे नाल मित्रता पानी चाहुंदा है, सोचदा है मित्रता पै जावे, शत्रुता खत्म हो जाए, दुश्मनी मुक जाए, कला कलेश खत्म हो जाए। एफर्ट्स भी करता है पर होंदा नहीं। कई बार होंदा है ना साडे नाल, असी यतन करी जा रहे हैं, करी जा रहे हैं, बड़ी पुरानी कोई गल चलती आ रही है 10-10, 20-20, 30-30 सालों तो। उस अदीब ने लिखिया, कहन लगा कि संसार दे लोगों, जेकर चाहते हो कि सारे ही तुहाडे मित्र बन जाण, सारे मित्र किवें बनन, कोई मित्र सामने ना बने पर मेरी सोच विचों दुश्मनी खत्म हो जाए, मेरी सोच विचों वैर खत्म हो जाए, मेरी सोच दे विचों विरोध खत्म हो जाए। मेरी तरफों तो मित्रता पै गई ना, मेरी तरफों शत्रुता खत्म हो गई, तो मैं रब की दृष्टि दे विच कबूल पै जावांगा। अगले दी की सोच है अगला जाने।
ਕਿ ਉਸ ਅਦੀਬ ਨੇ ਲਿਖਿਆ, ਕਹਿਣ ਲੱਗਾ ਕਿ ਕੁਝ ਨਾ ਕਰ, ਜਦੋਂ ਅੰਮ੍ਰਿਤ ਵੇਲੇ ਪਾਠ ਕਰੇ ਨਾ, ਵੈਸੇ ਵੀ ਸਿੱਖ ਰਹਿਤ ਮਰਿਆਦਾ ਪੜ੍ਹ ਕੇ ਵੇਖੋ, ਜਿਹੜਾ ਸਿੱਖ ਦੀ ਸ਼ਖਸੀ ਰਹਿਣੀ ਹੈ ਕਿ ਸਿੱਖ ਅੰਮ੍ਰਿਤ ਵੇਲੇ ਉੱਠੇ, ਸਭ ਤੋਂ ਪਹਿਲੇ ਨਿਤਨੇਮ ਨਹੀਂ ਲਿਖਿਆ ਹੋਇਆ ਉੱਥੇ ਲਿਖਿਆ ਸਭ ਤੋਂ ਪਹਿਲੇ ਵਾਹਿਗੁਰੂ ਦਾ ਜਾਪ ਜਪੇ। ਉੱਠਦਿਆਂ ਸਾਰ ਅਸਾਂ ਨੇ ਵਾਹਿਗੁਰੂ ਵਾਹਿਗੁਰੂ ਸ਼ੁਰੂ ਕਰ ਦੇਣਾ ਹੈ। ਜੇ ਵਾਹਿਗੁਰੂ ਨਹੀਂ ਸ਼ੁਰੂ ਕਰਾਂਗੇ ਨਾ, ਗੁਰੂ ਨਾਨਕ ਸਾਹਿਬ ਕਹਿੰਦੇ ਪਤਾ ਕੀ ਹੋਏਗਾ, ਏਕ ਸਵਾਨ ਦੋਏ ਸਵਾਨੀ ਨਾਲ ਭਲਕੇ ਭੌਂਕੇ ਸਦਾ ਬਿਆਲ। ਜੇ ਉੱਠਦਿਆਂ ਸਾਰ ਵਾਹਿਗੁਰੂ ਦਾ ਸਿਮਰਨ ਨਹੀਂ ਹੋਇਆ, ਅੰਦਰ ਲੋਭ ਦਾ ਕੁੱਤਾ ਆਸਾ ਤੇ ਤ੍ਰਿਸ਼ਨਾ ਦੇ ਨਾਲ ਭੌਂਕਣਾ ਸ਼ੁਰੂ ਕਰ ਦੇਵੇਗਾ। ਉਸ ਅਦੀਬ ਦਾ ਬੜਾ ਕਮਾਲ ਦਾ ਬੋਲ ਹੈ, ਗੁਰੂ ਗੋਬਿੰਦ ਸਿੰਘ ਜੀ ਨੂੰ ਸਮਰਪਿਤ ਹੈ ਉਹ ਬੋਲ। ਤੇ ਵਾਹਿਗੁਰੂ ਵਾਹਿਗੁਰੂ ਕਰੇ ਤੇ ਨਾਲ ਪਤਾ ਕੀ ਕਰਿਆ ਕਰ, ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ। ਆਖੋ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ, ਧੰਨ ਧੰਨ ਸ਼੍ਰੀ ਗੁਰੂ। ਉਹਨੇ ਲਿਖਿਆ, ਕਹਿੰਦੇ ਅੰਮ੍ਰਿਤ ਵੇਲੇ ਨਿਤਨੇਮ ਤੋਂ ਵੀ ਪਹਿਲਾਂ ਜੇ ਇਹ ਬੋਲ ਤੂੰ 5 ਮਿੰਟ 10 ਮਿੰਟ ਰੋਜ਼ ਜਪੇਂਗਾ, ਪਤਾ ਕੀ ਹੋਵੇਗਾ। ਉਹਦੀਆਂ 2 ਪੰਕਤੀਆਂ ਕਹਿ ਕੇ ਸਮਾਪਤੀ ਕਰਾਂ। ਨਾਮ ਲਈਏ ਗੁਰੂ ਗੋਬਿੰਦ ਸਿੰਘ ਦਾ, ਹੋ ਜਾਂਦਾ ਹੈ ਮੁਖ ਪਵਿੱਤਰ। ਬੋਲਾਂ ਵੱਲ ਤਵੱਜੋ ਦੇਣਾ। ਨਾਮ ਲਈਏ ਗੁਰੂ ਗੋਬਿੰਦ ਸਿੰਘ ਦਾ, ਹੋ ਜਾਂਦਾ ਹੈ ਮੁਖ ਪਵਿੱਤਰ। ਇੱਕ ਤੇ ਤੇਰਾ ਮੂੰਹ ਪਵਿੱਤਰ ਹੋਏਗਾ। ਨਾਮ ਕਹਿਤ ਗੋਬਿੰਦ ਕਾ ਸੂਚੀ ਪਈ ਰਸਨਾ। ਸਤਿਗੁਰ ਪਰਮੇਸ਼ਰ ਮੇਰਾ ਹੈ ਨਾ। ਇੱਥੇ ਪਾਰ ਬ੍ਰਹਮ ਗੁਰ ਨਾਹੀ, ਭੇਦ ਦਾ ਸੰਕਲਪ ਦਿੱਤਾ ਗਿਆ। ਸਮੁੰਦ ਵਿਰੋਲ ਸਰੀਰ ਹਮ ਦੇਖਿਆ, ਇੱਕ ਵਸਤ ਅਨੂਪ ਦਿਖਾਈ। ਗੁਰ ਗੋਬਿੰਦ ਗੋਵਿੰਦ ਗੁਰੂ ਹੈ, ਨਾਨਕ ਭੇਦ ਨਾ ਪਾਈ। ਇੱਥੇ ਤੇ ਇਹ ਸੰਕਲਪ ਹੈ। ਉਹ ਅਦੀਬ ਲਿਖਦਾ ਹੈ, ਨਾਮ ਲਈਏ ਗੁਰੂ ਗੋਬਿੰਦ ਸਿੰਘ ਦਾ, ਹੋ ਜਾਂਦਾ ਹੈ ਮੁਖ ਪਵਿੱਤਰ। ਨਾਮ ਲਈਏ ਗੁਰੂ ਗੋਬਿੰਦ ਸਿੰਘ ਦਾ, ਸ਼ਤਰੂ ਤੇ ਸਭ ਹੋਵਨ ਮਿੱਤਰ। ਜਿਹਨੇ ਅੰਮ੍ਰਿਤ ਵੇਲੇ ਧੰਨ ਗੁਰੂ ਗੋਬਿੰਦ ਸਿੰਘ, ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਕਰ ਲਿਆ, ਉਹ ਅਦੀਬ ਲਿਖਦਾ ਹੈ, ਕਹਿੰਦੇ ਸੰਸਾਰ ਦੇ ਲੋਕੋ, ਉਹਦੇ ਹਿਰਦੇ ਦੇ ਵਿੱਚੋਂ ਵੈਰ ਵਿਰੋਧ, ਕਾਮ ਕ੍ਰੋਧ, ਮੋਹ, ਝੂਠ, ਵਿਕਾਰ, ਮਹਾਲੋਭ, ਧਰੋਹ, ਜਿਨ੍ਹਾਂ ਕਰਕੇ ਆਵਾਗਮਨ ਬਣਿਆ ਹੋਇਆ ਸੀ, ਇਹ ਸਾਰੇ ਵਿਕਾਰ ਕੇਵਲ ਗੁਰੂ ਗੋਬਿੰਦ ਸਿੰਘ ਜੀ ਦਾ ਨਾਮ ਲੈਣ ਦੇ ਨਾਲ, ਨਾਮ ਜਪਣ ਦੇ ਨਾਲ ਮੁੱਕ ਜਾਣਗੇ। ਐਸੇ ਬਾਦਸ਼ਾਹ ਔਰ ਦਰਵੇਸ਼। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਆਗਮਨ ਪੁਰਬ ਆਪਾਂ ਸਾਰੇ ਸੰਗਤੀ ਰੂਪ ਦੇ ਵਿੱਚ ਅੱਜ ਇਹਨਾਂ ਦੀਵਾਨਾਂ ਵਿੱਚ ਮਨਾਉਣ ਦਾ ਯਤਨ ਕਰ ਰਹੇ ਹਾਂ। ਗੁਰੂ ਸਾਹਿਬ ਜੀ ਕਿਰਪਾ ਔਰ ਰਹਿਮਤ ਕਰਨ ਜੀ। ਅੱਜ ਦੀਆਂ ਵਿਚਾਰਾਂ ਔਰ ਜੋ ਕੀਰਤਨ ਆਪ ਜੀ ਸਰਵਨ ਕਰ ਚੁੱਕੇ ਹੋ, ਅੱਗੋਂ ਵੀ ਕਰੋਗੇ। ਸਾਡੀ ਸਾਰਿਆਂ ਦੀ ਹਾਜ਼ਰੀ ਗਾਵਿਆ ਔਰ ਸੁਣਿਆ ਆਪਣੇ ਦਰ ਤੇ ਪ੍ਰਵਾਨ ਕਰਨ। ਜਿਹੜੇ ਹਾਲੇ ਤੱਕ ਗੁਰੂ ਵਾਲੇ ਨਹੀਂ ਬਣੇ, ਅੰਮ੍ਰਿਤ ਨਹੀਂ ਛਕਿਆ, ਯਤਨ ਕਰੋ। ਇਹ ਸਾਲ ਵੀ ਐਵੇਂ ਅਜਾਈ ਨਾ ਚਲਾ ਜਾਵੇ, ਕਿਉਂਕਿ ਪਤਾ ਨਹੀਂ ਕਿਸ ਵੇਲੇ ਸੰਸਾਰ ਤੋਂ ਚਲੇ ਜਾਈਏ, ਕਿਸੇ ਨੂੰ ਨਹੀਂ ਪਤਾ। ਘਰ ਘਰ ਇਹੋ ਪਹੁੰਚਾ ਸਦੜੇ ਨਿਤ ਪਵਨ। ਹਰ ਘਰ ਚੋਂ ਆਵਾਜ਼ ਆਉਂਦੀ ਹੈ। ਇਹ ਨਾ ਹੋਵੇ ਵਾਰੀ ਆਉਣ ਤੋਂ ਪਹਿਲੇ ਨਿਗੁਰਾ ਸੰਸਾਰ ਤੋਂ ਚਲੇ ਜਾਵਾਂ। ਨਿਗੁਰੇ ਕਾ ਹੈ ਨਾਉ ਬੁਰਾ, ਉਹਦਾ ਨਾਮ ਵੀ ਮਾੜਾ ਹੈ। ਜਿਹੜੇ ਹਾਲੇ ਤੱਕ ਗੁਰੂ ਵਾਲੇ ਨਹੀਂ ਬਣੇ, ਅੰਮ੍ਰਿਤ ਛਕੋ, ਤਿਆਰ ਬਰ ਤਿਆਰ ਹੋਵੋ, ਗੁਰੂ ਦੇ ਜਹਾਜ਼ ਤੇ ਚੜੋ। ਭਾਈ ਨੰਦ ਲਾਲ ਨੇ ਇਹੀ ਗੱਲ ਕਹੀ ਸੀ, ਮੈਂ ਗੁਰੂ ਗੋਬਿੰਦ ਸਿੰਘ ਤੇਰੇ ਦਰ ਦਾ ਕੂਕਰ ਹਾਂ, ਬਸ ਇਤਨੀ ਕਿਰਪਾ ਕਰੀ ਇਹ ਕੁੱਤਾ ਜਿਉਂਦਿਆਂ ਜੀ ਔਰ ਜਿਉਣ ਤੋਂ ਬਾਅਦ, ਮਰਨ ਤੋਂ ਬਾਅਦ ਵੀ ਕਿਸੇ ਹੋਰ ਦੇ ਦਰ ਤੇ ਨਾ ਜਾਵੇ। ਤੇਰਾ ਪਟਾ ਮੇਰੇ ਗਲੇ ਵਿੱਚ ਪਿਆ ਰਵੇ। ਲਾਲ ਸਗੇ ਗੁਲਾਮ ਗੁਰੂ ਗੋਬਿੰਦ ਸਿੰਘ, ਦਾਗਦਾਰੇ ਨਾਮ ਗੁਰੂ ਗੋਬਿੰਦ ਸਿੰਘ। ਆਗਮਨ ਪੁਰਬ ਦੀਆਂ ਆਪ ਸਮੂਹ ਸੰਗਤਾਂ ਨੂੰ ਬੇਅੰਤ ਬੇਅੰਤ ਵਧਾਈਆਂ ਹੋਣ। ਸਤਿਗੁਰੂ ਕਿਰਪਾ ਕਰਨ, ਸਮੂਹ ਸੰਗਤ ਦੇ ਸੀਸ ਤੇ ਆਪਣਾ ਮਿਹਰ ਭਰਿਆ ਹੱਥ ਰੱਖਣ। ਕੋਟਾਨ ਕੋਟ ਸ਼ੁਕਰਾਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਗੁਰੂ ਕੀ ਸਾਧ ਸੰਗਤ ਦਾ। ਆਓ ਜੀ, ਹੋਈਆਂ ਭੁੱਲਾਂ ਦੀ ਖਿਮਾ ਬਖਸ਼ਦੇ ਹੋਏ ਦੋਵੇਂ ਹੱਥ ਗੁਰੂ ਗ੍ਰੰਥ ਸਾਹਿਬ ਜੀ ਨੂੰ ਜੋੜਦੇ ਹੋਏ ਸੀਸ ਨਿਵਾਓ। ਅਦਬ ਸਤਕਾਰ ਸਹਿਤ ਗੁਰੂ ਬਖਸ਼ੀ ਫਤਿਹ ਦੀ ਪਾਵੋ ਸਾਂਝ। ਸਾਰੇ ਪ੍ਰੇਮ ਸਤਕਾਰ ਸ਼ਰਧਾ ਸਹਿਤ ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਲ ਹਰਿ ਜਸ ਗਏ ਜਸ ਦਾਨ।